ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੂੰ ਬੇਅੰਤ ਕੋ ਵਿਰਲਾ ਜਾਣਾ, ਗੁਰ ਪ੍ਰਸਾਦ ਕੋ ਸ਼ਬਦ ਪਛਾਣਾ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਵੇਸ ਕਰੇ ਕੁਰੂਪ ਕੁਲੱਖਣੀ, ਮਨ ਖੋਟੈ ਕੂੜਿਆਰ। ਫਿਰ ਕੈ ਭਾਣੈ ਨਾ ਚੱਲੈ, ਹੁਕਮ ਕਰੇ ਗਾਵਾਰ। ਵੇਸ ਕਰੇ ਕੁਰੂਪ ਕੁਲੱਖਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਨੂੰ ਗੁਰੂ ਕਿਰਪਾ ਸਦਕਾ ਅੱਗੇ ਤੋਰਦੇ ਹੋਏ ਹਜ਼ੂਰ ਦੇ ਮੁਬਾਰਕ ਵਚਨਾਂ ਨੂੰ ਵਿਚਾਰੀਏ, ਸੁਣੀਏ, ਤਾਂ ਕਿ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ ਤੱਕ ਪਹੁੰਚੇ। ਸ੍ਰੀ ਰਾਗ ਦੀ ਜੋ ਵਾਰ ਹੈ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਇਹ ਸਾਰੀਆਂ ਪੌੜੀਆਂ ਹਨ ਔਰ ਹਰ ਪੌੜੀ ਦੇ ਨਾਲ ਕੁਝ ਸਲੋਕ ਨੇ, 2 ਜਾਂ 3 ਜਿੰਨੇ ਵੀ ਸਤਿਗੁਰਾਂ ਨੇ ਉਚਾਰਨ ਕੀਤੇ ਨੇ। 15 ਪੌੜੀਆਂ ਤੱਕ ਵਿਚਾਰ ਹੋ ਚੁੱਕੀ ਹੈ। ਉਸ ਤੋਂ ਅੱਗੇ ਸਤਿਗੁਰੂ ਹਜ਼ੂਰ ਬਚਨ ਫਰਮਾ ਰਹੇ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਸ਼ਲੋਕ ਉਚਾਰਦੇ ਹਨ। ਵੇਸ ਕਰੇ ਕੁਰੂਪ ਕੁਲੱਖਣੀ, ਮਨ ਖੋਟੈ ਕੂੜਿਆਰ। ਇਸ ਜੀਵ ਨੂੰ, ਮਨੁੱਖ ਨੂੰ ਸਤਿਗੁਰਾਂ ਨੇ ਇਸਤਰੀ ਦੇ ਰੂਪਕ ਅਲੰਕਾਰ ਵਿੱਚ ਆਪਣੀ ਬਾਣੀ ਵਿੱਚ ਵਰਤਿਆ ਹੈ। ਜਿਸ ਤਰ੍ਹਾਂ ਕੋਈ ਇਸਤਰੀ, ਕੋਈ ਪਤਨੀ ਹਾਰ ਸ਼ਿੰਗਾਰ, ਵੇਸ ਲਿਬਾਸ ਤਾਂ ਬੜਾ ਸੋਹਣਾ ਪਾਵੇ, ਪਰ ਨਾ ਤਾਂ ਉਹਦੇ ਲੱਛਣ ਚੰਗੇ ਹੋਣ, ਨਾ ਉਹਦਾ ਸਰੂਪ ਸੋਹਣਾ ਹੋਵੇ, ਔਰ ਝੂਠ ਬੋਲਦੀ ਹੋਵੇ, ਖੋਟੀ ਹੋਵੇ, ਮਨ ਕਰਕੇ ਖੋਟੀ ਹੋਵੇ, ਔਰ ਪਤੀ ਦੀ ਰਜਾ ਵਿੱਚ ਨਾ ਚੱਲਦੀ ਹੋਵੇ, ਅਤੇ ਉਸ ਦਾ ਸਤਿਕਾਰ ਆਦਰ ਮਾਣ ਸਮਾਜ ਅੰਦਰ ਨਹੀਂ ਹੁੰਦਾ। ਪਤੀ ਦੇ ਦਿਲ ਨੂੰ ਵੀ ਉਹ ਨਹੀਂ ਛੂਹ ਸਕਦੀ, ਪਤੀ ਦੀ ਪ੍ਰਸੰਨਤਾ ਵੀ ਉਸ ਨੂੰ ਨਹੀਂ ਮਿਲ ਸਕਦੀ। ਇਸ ਪ੍ਰਕਾਰ ਸਤਿਗੁਰੂ ਬਚਨ ਕਰ ਰਹੇ ਨੇ ਕਿ ਵੇਸ ਕਰੇ ਕੁਰੂਪ ਕੁਲੱਖਣੀ, ਮਨ ਖੋਟੈ ਕੂੜਿਆਰ। ਜੋ ਮਨਮੁਖ ਜੀਵ ਹੈ ਉਸ ਇਸਤਰੀ ਵਰਗਾ ਹੈ ਜਿਹੜੀ ਕੂੜਿਆਰ, ਝੂਠੀ ਹੈ ਔਰ ਮਨ ਦੀ ਖੋਟੀ ਹੈ, ਜਿਸ ਦੇ ਮਨ ਅੰਦਰ ਖੋਟ ਹੈ, ਖੋਟੇ ਲੱਛਣਾਂ ਵਾਲੀ ਕੁਲੱਖਣੀ ਹੈ ਔਰ ਕੁਸੋਹਣੀ ਹੈ, ਕੁਰੂਪ ਹੈ, ਭੈੜੇ ਰੂਪ ਵਾਲੀ ਹੈ। ਉਹ ਵੇਸ ਬੜੇ ਕਰਦੀ, ਭਾਵ ਲਿਬਾਸ ਬੜਾ ਸੋਹਣਾ, ਸ਼ਿੰਗਾਰ ਬੜੇ ਕਰਦੀ ਹੈ। ਫਿਰ ਕੈ ਭਾਣੈ ਨਾ ਚੱਲੈ। ਫਿਰ ਆਪਣੇ ਪਤੀ ਦੇ ਭਾਣੇ, ਰਜਾ, ਹੁਕਮ ਅਨੁਸਾਰ ਤਾਂ ਨਹੀਂ ਚੱਲਦੀ, ਅਧੀਨ ਹੋ ਕੇ ਨਹੀਂ ਚੱਲਦੀ, ਸਤਿਕਾਰ ਨਹੀਂ ਕਰਦੀ, ਉਹਦੀ ਆਗਿਆ ਦਾ ਪਾਲਣ ਨਹੀਂ ਕਰਦੀ। ਹੁਕਮ ਕਰੇ ਗਵਾਰ, ਅਤੇ ਗਵਾਰ ਬੇਸਮਝ ਮੂਰਖ ਹੋਣ ਕਰਕੇ ਆਪਣੇ ਪਤੀ ਦੇ ਉੱਪਰ ਸਗੋਂ ਹੁਕਮ ਕਰਦੀ, ਹੁਕਮ ਚਲਾਉਂਦੀ ਹੈ ਵੀ ਮੇਰੇ ਕਹੇ ਅਨੁਸਾਰ ਮੇਰਾ ਪਤੀ ਚੱਲੇ। ਇਹ ਇੱਛਾ ਰੱਖਦੀ ਹੈ ਔਰ ਜ਼ਬਰਦਸਤੀ ਪਤੀ ਨੂੰ ਆਪਣੇ ਹੁਕਮ ਅਨੁਸਾਰ ਚਲਾਉਣ ਦੇ ਆਹਰ ਵਿੱਚ ਹੈ। ਇਸੇ ਤਰ੍ਹਾਂ ਮਨਮੁਖ ਜੀਵ ਬਾਹਰੋਂ ਲਿਬਾਸ ਸੋਹਣਾ ਪਾ ਕੇ ਧਰਮੀ ਖਵਾ ਲਵੇ ਅਤੇ ਅੰਦਰੋਂ ਕੁਰੂਪ ਹੋਵੇ, ਅੰਦਰਲਾ ਰੂਪ ਸੋਹਣਾ ਨਾ ਹੋਵੇ, ਅੰਦਰਲੀ ਘਾੜਤ ਕੋਈ ਨਾ ਘੜੀ ਹੋਈ ਹੋਵੇ ਮਨ ਬੁੱਧ ਦੀ, ਅਤੇ ਖੋਟੇ ਲੱਛਣਾਂ ਵਾਲਾ ਹੋਵੇ, ਮਨ ਦਾ ਖੋਟਾ ਹੋਵੇ, ਝੂਠਾ ਹੋਵੇ, ਝੂਠ ਸੰਸਾਰ ਨਾਲ ਹੀ ਪਿਆਰ ਮੁਹੱਬਤ ਹੋਵੇ। ਵਾਹਿਗੁਰੂ ਪਰਮਾਤਮਾ ਜੋ ਸਾਡਾ ਪਿਰ ਪਤੀ ਹੈ, ਉਸ ਦੇ ਭਾਣੇ, ਹੁਕਮ, ਰਜਾ ਦੇ ਅੰਦਰ ਤਾਂ ਚੱਲਦਾ ਨਾ ਹੋਵੇ,
ਤੇ ਸਗੋਂ ਉਸ ਦੇ ਉੱਪਰ ਹੁਕਮ ਚਲਾਉਣ ਦਾ ਯਤਨ ਕਰੇ ਕਿ ਜੋ ਮੈਂ ਕਹਿੰਦਾ ਉਹ ਕਰ, ਜੋ ਮੈਂ ਮੰਗਦਾ ਹਾਂ ਮੈਨੂੰ ਦੇ। ਇਸ ਤਰ੍ਹਾਂ ਨਿਉਂ ਕਿ ਨਿਮਰਤਾਵਾਨ ਹੋ ਕੇ ਤੇ ਅਰਦਾਸ ਨਾ ਕਰਦਾ ਹੋਵੇ, ਸਗੋਂ ਆਪਣੀ ਮਰਜ਼ੀ ਚਲਾਉਣ ਦਾ ਯਤਨ ਕਰੇ। ਪਰ ਹਜ਼ੂਰ ਕਹਿੰਦੇ ਨੇ ਇਹਦੇ ਉਲਟ, ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ। ਜਿਹੜੀ ਚੰਗੀ ਇਸਤਰੀ ਹੁੰਦੀ ਹੈ ਉਹ ਆਪਣੇ ਪਤੀ ਦੀ ਰਜ਼ਾ ਅਨੁਸਾਰ ਚੱਲਦੀ ਹੈ, ਪਤੀ ਵਰਤਾ। ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਜੋ ਗੁਰਾਂ ਦੇ ਭਾਣੇ ਅਨੁਸਾਰ, ਗੁਰਾਂ ਦੇ ਹੁਕਮ ਅਨੁਸਾਰ, ਗੁਰੂ ਦੀ ਰਜ਼ਾ ਅਨੁਸਾਰ ਚੱਲਦਾ ਹੈ, ਸੋ ਉਹ ਜੀਵ ਰੂਪ ਇਸਤਰੀ ਦੀ ਨਿਆਈ, ਉਹ ਇਸਤਰੀ ਦੀ ਨਿਆਈ, ਉਹ ਗੁਰਮੁਖ ਪਿਆਰਾ ਸਭ ਦੁੱਖ ਨਿਵਾਰਨ ਹਾਰ। ਆਪਣੇ ਦੁੱਖਾਂ ਨੂੰ ਨਿਵਾਰਨ ਜੋਗਾ ਹੋ ਜਾਂਦਾ, ਦੁੱਖਾਂ ਨੂੰ ਨਿਵਾਰਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ ਹੋ ਜਾਂਦਾ। ਉਹ ਇਸ ਗੁਣ ਕਰਕੇ ਆਪਣੇ ਦੁੱਖ ਦੂਰ ਕਰ ਲੈਂਦਾ। ਲਿਖਿਆ ਮੇਟ ਨ ਸਕੀਐ ਜੋ ਧੁਰ ਲਿਖਿਆ ਕਰਤਾਰ। ਪਰ ਹਜ਼ੂਰ ਕਹਿੰਦੇ ਮਨਮੁਖ ਦੇ ਵੀ ਕੀ ਵਸ ਹੈ। ਉਸ ਦੇ ਪੂਰਬਲੇ ਜੋ ਜਨਮਾਂ ਦੇ ਸੰਸਕਾਰ ਹਨ, ਕਰਮਾਂ ਕਰਕੇ ਸੰਸਕਾਰ ਬਣੇ, ਜੋ ਵਾਹਿਗੁਰੂ ਨੇ ਲਿਖੇ ਹੋਏ ਨੇ, ਜੋ ਕਰਤਾਰ ਅਕਾਲ ਪੁਰਖ ਨੇ ਧੁਰੋਂ ਹੀ ਲੇਖ ਲਿਖ ਦਿੱਤਾ ਉਹਦੇ ਪੂਰਬਲੇ ਕਰਮਾਂ ਅਨੁਸਾਰ, ਉਹ ਲਿਖਿਆ ਹੋਇਆ ਕੋਈ ਮੇਟ ਨਹੀਂ ਸਕਦਾ ਹੈ, ਕਿਉਂਕਿ ਉਹਨਾਂ ਸੰਸਕਾਰਾਂ ਅਨੁਸਾਰ ਹੀ ਉਹ ਇਉਂ ਚੱਲ ਰਿਹਾ ਨਾ। ਉਹ ਇੱਕ ਛੁੱਟੜ ਔਰਤ ਦੀ ਨਿਆਈ, ਖੋਟੇ ਲੱਖਣਾਂ ਵਾਲੀ ਔਰਤ ਦੀ ਨਿਆਈ, ਉਹਦੇ ਵਾਂਗ ਉਹ ਤਾਂ ਚੱਲ ਰਿਹਾ ਹੈ। ਵਾਹਿਗੁਰੂ ਦੇ ਹੁਕਮ ਨੂੰ ਮੰਨਦਾ ਨਹੀਂ, ਸਤਿਗੁਰੂ ਦੇ ਭਾਣੇ ਅਨੁਸਾਰ ਨਹੀਂ ਚੱਲਦਾ। ਹੁਣ ਫਿਰ ਸਤਿਗੁਰੂ ਮਹਾਰਾਜ ਅਗਲੀ ਪੰਕਤੀ ਅੰਦਰ ਪਤੀ ਵਰਤਾ ਇਸਤਰੀ ਦੇ ਰੂਪਕ ਅਲੰਕਾਰ ਵਿੱਚ ਉਪਦੇਸ਼ ਦੇ ਰਹੇ ਨੇ ਗੁਰਮੁਖ ਬਾਰੇ। ਮਨ ਤਨ ਸੌਂਪੇ ਕੰਤ ਕਉ ਸਬਦੇ ਧਰੇ ਪਿਆਰ। ਉਸ ਪਤੀ ਵਰਤਾ ਔਰਤ ਦੀ ਨਿਆਈ ਜੋ ਗੁਰਮੁਖ ਹੈ, ਆਪਣਾ ਮਨ ਤੇ ਤਨ ਦੋਵੇਂ ਆਪਣੇ ਕੰਤ ਅਕਾਲ ਪੁਰਖ ਵਾਹਿਗੁਰੂ ਪਤੀ ਨੂੰ ਸੌਂਪ ਦਿੰਦਾ ਹੈ, ਤੇ ਸ਼ਬਦੇ ਧਰੇ ਪਿਆਰ, ਗੁਰੂ ਦੇ ਸ਼ਬਦ ਵਿੱਚ ਉਹ ਪਿਆਰ ਧਾਰਨ ਕਰਦਾ। ਉਹਨੂੰ ਗੁਰੂ ਕਾ ਸ਼ਬਦ ਬਹੁਤ ਚੰਗਾ ਲੱਗਦਾ, ਪਿਆਰਾ ਲੱਗਦਾ। ਬਿਨ ਨਾਵੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਤੋਂ ਬਗੈਰ, ਨਾਮ ਦਾ ਜਪ, ਨਾਮ ਦਾ ਸਿਮਰਨ, ਨਾਮ ਦਾ ਅਰਾਧਨ ਕਰਨ ਤੋਂ ਬਗੈਰ, ਨਾਮ ਨਾਲ ਜੁੜਨ ਤੋਂ ਬਗੈਰ ਕਿਸੇ ਨੇ ਵੀ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ। ਦੇਖੋ ਹਿਰਦੈ ਵਿਚਾਰ, ਆਪਣੇ ਹਿਰਦੇ ਅੰਦਰ ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖ ਲਓ। ਨਾਨਕ ਸਾ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਨਹਾਰ। ਹਜ਼ੂਰ ਕਹਿੰਦੇ ਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਿ ਉਹ ਜੀਵ ਰੂਪ ਸਖੀ ਇਸਤਰੀ ਸਵਾਲਿਓ ਸੁੰਦਰੀ ਹੈ, ਸਵਾਲਿਓ ਸੁੰਦਰ ਸਰੂਪ ਹੈ, ਸੁਲੱਖਣੀ ਚੰਗੇ ਲੱਛਣਾਂ ਵਾਲੀ, ਸੁਲੱਖਣੀ ਸ੍ਰੇਸ਼ਟ ਲੱਛਣਾਂ ਵਾਲੀ ਹੈ। ਜੇ ਰਾਵੀ ਸਿਰਜਣ, ਜਿਹੜੀ ਸਿਰਜਣਹਾਰ ਪਰਮਾਤਮਾ ਨੇ ਮਾਣੀ, ਯਾਨੀ ਕਿ ਆਪਣੇ 'ਚ ਅਭੇਦ ਕੀਤੀ ਹੈ, ਜਿਸ ਨੂੰ ਅੰਗੀਕਾਰ ਕਰ ਲਿਆ, ਜਿਸ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਨੂੰ ਆਪਣਾ ਆਨੰਦ ਬਖਸ਼ਿਆ ਹੈ, ਉਹ ਸੁੰਦਰ ਸਰੂਪ ਹੈ ਤੇ ਸ੍ਰੇਸ਼ਟ ਲੱਖਣਾਂ ਵਾਲੀ ਹੈ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਅਗਲਾ ਸ਼ਲੋਕ ਉਚਾਰਨ ਕਰਦੇ ਹਨ। ਮਾਇਆ ਮੋਹ ਗੁਬਾਰ ਹੈ। ਸਾਨੂੰ ਸਿੱਖਿਆ ਦੇ ਰਹੇ ਨੇ ਭਾਈ, ਜਿਹੜਾ ਮਾਇਕੀ ਮੋਹ ਹੈ, ਮਾਇਆਵੀ ਮੋਹ, ਮਾਇਆ ਸਰੀਰ ਤੋਂ ਲੈ ਕੇ ਸ਼ੁਰੂ ਹੁੰਦੀ ਹੈ। ਜੋ ਦ੍ਰਿਸ਼ਮਾਨ, ਜੋ ਦਿਖਾਈ ਦਿੰਦਾ, ਸਭ ਮਾਇਆ ਹੈ। ਦਿਸਣ ਵਾਲੀਆਂ ਵਸਤੂਆਂ ਨਾਲ, ਪੈਸੇ ਧੇਲੇ ਨਾਲ, ਜੜ ਚੇਤਨ ਮਾਇਆ ਨਾਲ ਜਿਹੜਾ ਮੋਹ ਕਰਨਾ, ਇਹ ਕਿਹਾ ਹੈ ਗੁਬਾਰ, ਘੁੱਪ ਹਨੇਰਾ ਹੈ, ਗੂੜਾ ਹਨੇਰਾ ਹੈ। ਭਾਵ ਅਗਿਆਨ ਹੈ, ਅਗਿਆਨ ਗੂੜਾ ਹਨੇਰਾ ਹੈ। ਅੰਦਰ ਗੁਬਾਰ ਛਾਇਆ ਰਹਿੰਦਾ ਜਦੋਂ ਤੱਕ ਮਾਇਆ ਦਾ ਮੋਹ ਹੈ। ਅੰਦਰ ਚਾਨਣ ਨਹੀਂ, ਗਿਆਨ ਦਾ ਪ੍ਰਕਾਸ਼ ਨਹੀਂ। ਤੇ ਇਹ ਇੰਨਾ ਵੱਡਾ ਹਨੇਰਾ ਹੈ, ਤਿਸ ਦਾ ਨਾ ਦਿਸਾ ਉਰਵਾਰ ਨਾ ਪਾਰ। ਇਸ ਚੂਹ ਚੂਹੇ ਗਾੜੇ ਗੁਬਾਰ ਹਨੇਰੇ ਦਾ ਉਰਲਾ ਤੇ ਪਰਲਾ ਪਾਸਾ ਦਿਖਾਈ ਨਹੀਂ ਦਿੰਦਾ। ਇੰਨਾ ਅੰਧਕਾਰ ਇਹ ਛਾਇਆ ਹੋਇਆ, ਜਿਸ ਜੀਵ ਨੂੰ ਇਹ ਮਾਇਆ ਦਾ ਮੋਹ ਚੰਬੜਿਆ ਹੈ। ਮਨਮੁਖ ਅਗਿਆਨੀ ਮਹਾ ਦੁੱਖ ਪਾਏ ਦੇ, ਡੁੱਬੇ ਹਰ ਨਾਮ ਵਿਸਾਰ। ਮਨ ਦੇ ਪਿੱਛੇ ਲੱਗਣ ਵਾਲੇ, ਗੁਰੂ ਮਹਾਰਾਜ ਦਾ ਉਪਦੇਸ਼ ਨਾ ਮੰਨਣ ਵਾਲੇ, ਅਗਿਆਨੀ ਬੇਸਮਝ ਗਿਆਨ ਤੋਂ ਹੀਣੇ ਸਖਣੇ ਲੋਕ ਮਹਾਨ ਦੁੱਖ ਪਾਉਂਦੇ ਹਨ, ਕਿਉਂਕਿ ਅਗਿਆਨ ਕਰਕੇ
ਉਹਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਛੱਡਿਆ ਤੇ ਇਸ ਕਰਕੇ ਡੁੱਬ ਗਏ। ਡੁੱਬੇ ਹਰ ਨਾਮ ਵਿਸਾਰ, ਹਰੀ ਦੇ ਨਾਮ ਦਾ ਚੇਤਾ ਭੁਲਾ ਕੇ ਸੰਸਾਰ ਸਮੁੰਦਰ ਦੇ ਅੰਦਰ ਹੀ ਉਹ ਡੁੱਬ ਗਏ। ਭਲ ਕੇ ਉੱਠ ਬਹੁ ਕਰਮ ਕਮਾਵਹਿ, ਦੂਜੈ ਭਾਏ ਪਿਆਰ। ਰੋਜ਼ ਹੀ ਉੱਠ ਕੇ, ਭਲਕੇ ਦਾ ਅਰਥ ਇੱਥੇ ਨਿਤ ਨਵੇਂ ਸੂਰਜ, ਰੋਜ਼ਾਨਾ ਹੀ ਉੱਠ ਕੇ, ਸੁੱਤੇ ਪਏ ਉੱਠ ਕੇ ਬਹੁਤ ਕਰਮ ਕਮਾਉਂਦੇ ਹਨ। ਨਾਮ ਤੋਂ ਬਗੈਰ ਹੋਰ ਬੜੇ ਕਰਮ ਕਮਾਉਂਦੇ ਆ, ਬੜੀਆਂ ਤਿਲਕ ਆਦਿਕ ਲਾਉਂਦੇ ਨੇ, ਬੜਾ ਸੰਧਿਆ ਕਰਦੇ, ਬੜੇ ਪੂਜਾ ਕਰਦੇ ਨੇ, ਤੀਰਥਾਂ ਦੇ ਇਸ਼ਨਾਨ ਕਰਦੇ, ਦਾਨ ਵੀ ਕਰਦੇ ਹੋਣ ਭਾਵੇਂ। ਦੂਜਾ ਭਾਏ ਪਿਆਰ, ਨਾਮ ਤੋਂ ਬਗੈਰ ਜਿਹੜਾ ਦਵੈਤ ਭਾਵ ਵਿੱਚ ਪਿਆਰ ਹੈ ਮਿਟਦਾ ਨਹੀਂ, ਇਸ ਤਰ੍ਹਾਂ ਰਹਿੰਦਾ। ਦੂਜਾ ਭਾਏ, ਜਿਹੜਾ ਮਾਇਆ ਦਾ ਮੋਹ ਹੈ ਇਹਦੇ ਵਿੱਚ ਹੀ ਪਿਆਰ ਬਣਿਆ ਹੋਇਆ, ਇਹਨਾਂ ਨੂੰ ਸੰਸਾਰ ਵਿੱਚ ਹੀ ਪਿਆਰ ਬਣਿਆ ਰਹਿੰਦਾ। ਸਤਿਗੁਰ ਸੇਵਹਿ ਆਪਣਾ ਭੌਜਲ ਉਤਰੇ ਪਾਰ, ਜੋ ਆਪਣੇ ਸਤਿਗੁਰੂ ਦਾ ਆਰਾਧਨ ਕਰਦੇ ਨੇ, ਜਿਹੜੇ ਆਪਣੇ ਸਤਿਗੁਰੂ ਨੂੰ ਸੇਵਦੇ ਹਨ, ਸਤਿਗੁਰੂ ਨੂੰ ਆਪਣੇ ਜੀਵਨ ਵਿੱਚ ਲੈ ਆਉਂਦੇ ਨੇ, ਆਪਣੇ ਸਤਿਗੁਰਾਂ ਦੀ ਸੇਵਾ ਭਗਤੀ ਕਰਦੇ ਨੇ, ਭੌਜਲ ਉਤਰੇ ਪਾਰ, ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਸਮਝੋ। ਨਾਨਕ ਗੁਰਮੁਖ ਸੱਚ ਸਮਾਵਹਿ, ਸੱਚ ਨਾਮ ਉਰ ਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ ਕਿ ਜੋ ਗੁਰਾਂ ਦੇ ਸਨਮੁਖ ਹੋ ਚੱਲਣ ਵਾਲੇ ਗੁਰਮੁਖ ਨੇ, ਉਹ ਵਾਹਿਗੁਰੂ ਦੇ ਸੱਚੇ ਨਾਮ ਨੂੰ ਉਰ ਹਿਰਦੇ ਦੇ ਵਿੱਚ ਧਾਰਨ ਕਰਕੇ ਸੱਚ ਸਰੂਪ ਵਾਹਿਗੁਰੂ ਵਿੱਚ ਹੀ ਸਮਾ ਜਾਂਦੇ ਹਨ, ਵਾਹਿਗੁਰੂ ਵਿੱਚ ਹੀ ਅਭੇਦ ਹੁੰਦੇ ਹਨ। ਪੌੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਬਚਨ ਫਰਮਾ ਰਹੇ ਨੇ, ਹਰ ਜਲ ਥਲ ਮਹੀਲ ਭਰਪੂਰ। ਕਿ ਭਾਈ ਜਿਸ ਵਾਹਿਗੁਰੂ ਦਾ ਆਰਾਧਨ ਕਰਨ ਲਈ ਅਸੀਂ ਪ੍ਰੇਰਨਾ ਦਿੰਦੇ, ਉਪਦੇਸ਼ ਦਿੰਦੇ ਹਾਂ, ਉਸ ਵਾਹਿਗੁਰੂ ਨੂੰ ਦੂਰ ਕਿਤੇ ਬੈਠਾ ਨਾ ਜਾਣਨਾ। ਹਰੀ ਪਰਮਾਤਮਾ ਜਲ ਵਿੱਚ ਵੀ, ਥਲ ਜਿਹੜਾ ਖੁਸ਼ਕ ਥਾਂ ਮੈਦਾਨੀ ਧਰਤੀ ਹੈ ਇਹਦੇ ਵਿੱਚ ਵੀ, ਮਹੀ ਆਕਾਸ਼ ਤੇ ਅਲ ਧਰਤੀ ਦੇ ਵਿਚਲਾ ਥਾਂ ਜੋ ਪੁਲਾੜ ਹੈ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕੇ ਕੰਕਾਰ, ਜਿਮੀ ਉਹ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾੜ ਹੈ, ਨਾ ਘਾਟ ਬਾੜ ਹੋਤ ਹੈ। ਭਰਪੂਰ ਹੋ ਰਿਹਾ ਹੈ, ਲਬਾਲਬ ਭਰਿਆ ਹੋਇਆ, ਪੂਰਨ ਤੌਰ 'ਤੇ ਜਲ ਥਲ ਮਹੀਲ ਆਕਾਸ਼ ਤੱਕ ਸਭ ਸਮਾਇਆ ਹੋਇਆ। ਦੂਜਾ ਨਾ ਹੈ ਕੋਈ ਹੋਰ, ਦੂਜਾ ਕੋਈ ਉਸ ਵਰਗਾ ਨਹੀਂ ਹੈ, ਹੋਰ ਦੂਜਾ ਕੋਈ ਵਾਹਿਗੁਰੂ ਦਾ ਸ਼ਰੀਕ ਨਹੀਂ ਹੈ। ਹਰਿ ਆਪ ਬਹਿ ਕਰੇ ਨਿਆਓ, ਕੂੜਿਆਰ ਸਭ ਮਾਰ ਕਢੋਏ। ਹਰੀ ਪਰਮਾਤਮਾ ਆਪ ਹੀ ਖੁਦ ਬੈਠ ਕੇ ਸਾਰੇ ਸੰਸਾਰ ਅੰਦਰ, ਸਾਰੀ ਕੁਦਰਤ ਅੰਦਰ ਨਿਆਉ ਵੀ ਕਰਦਾ, ਪੂਰਾ ਨਿਆਉ ਕਰੇ ਕਰਤਾਰ। ਆਪ ਸੱਚਾ ਨਿਆਉ ਕਰਦਾ, ਉਸ ਦਾ ਨਿਆਉ ਹਮੇਸ਼ਾ ਧਰਮ ਦਾ ਨਿਆਉ ਹੈ, ਸੱਚ ਦਾ ਨਿਆਉ ਹੈ। ਕੂੜਿਆਰ ਸਭ ਮਾਰ ਕਢੋਏ, ਜਿਹੜੇ ਕੂੜਿਆਰ ਝੂਠੇ ਲੋਕ ਨੇ, ਝੂਠ ਦੇ ਧਾਰਨੀ ਹਨ, ਉਹ ਸਾਰਿਆਂ ਨੂੰ ਮਾਰ ਕੱਢਿਆ। ਉਸਨੇ ਮਾਰ ਕੇ ਕੱਢ ਦਿੰਦਾ ਆਪਣੇ ਦਰਬਾਰ ਵਿੱਚੋਂ, ਭਾਵ ਆਪਣੇ ਸਰੂਪ ਦੇ ਨੇੜੇ ਨਹੀਂ ਆਉਣ ਦਿੰਦਾ, ਕਿਉਂਕਿ ਝੂਠ ਦੇ ਧਾਰਨੀ ਹਨ ਅਤੇ ਮਾਨੋ ਆਪ ਹੀ ਵਾਹਿਗੁਰੂ ਨੇ ਉਹਨਾਂ ਝੂਠਿਆਂ ਨੂੰ ਮਾਰ ਮਾਰ ਕੇ ਕੱਢ ਦਿੱਤਾ ਹੈ ਔਰ ਟੇੜੀਆਂ ਜੂਨਾਂ 'ਚ ਪਾ ਦਿੱਤਾ। ਸੰਸਾਰ ਵਿੱਚ ਉਹਨਾਂ ਦੇ ਆਵਾਗਾਉਣ ਦੇ ਚੱਕਰ ਲੱਗੇ ਰਹਿੰਦੇ ਨੇ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀਓਏ। ਹਜ਼ੂਰ ਕਹਿੰਦੇ ਨੇ ਹਰੀ ਪਰਮਾਤਮਾ ਨੇ ਧਰਮ ਦਾ ਨਿਆਉ ਕੀਤਾ ਹਮੇਸ਼ਾ ਵਾਸਤੇ। ਜਿਹੜੇ ਸੱਚ ਦੇ ਧਾਰਨੀ ਸਚਿਆਰ ਲੋਕ ਹਨ, ਉਹਨਾਂ ਨੂੰ ਹਮੇਸ਼ਾ ਵਡਿਆਈ ਦਿੰਦਾ ਹੈ। ਸਭ ਹਰ ਕੀ ਕਰੋ ਉਸਤਤ। ਇਸ ਕਰਕੇ ਭਾਈ ਪਿਆਰਿਓ, ਤੁਸੀਂ ਸਭ ਜਣੇ ਐਸੇ ਹਰੀ ਪਰਮਾਤਮਾ ਦੀ ਹੀ ਉਸਤਤ ਵਡਿਆਈ ਹਮੇਸ਼ਾ ਕਰੋ, ਜਿਨ ਗਰੀਬ ਅਨਾਥ ਰਾਖ ਲਈ ਹੋਏ। ਜਿਸ ਨੇ ਧੁਰ ਤੋਂ ਮੁੱਢ ਤੋਂ ਲੈ ਕੇ ਹੁਣ ਤੱਕ ਗਰੀਬਾਂ ਅਨਾਥਾਂ ਦੀ ਰੱਖਿਆ ਕੀਤੀ ਹੈ। ਗਰੀਬ ਅਤੇ ਅਨਾਥ ਜਿਨ੍ਹਾਂ ਦਾ ਕੋਈ ਮਾਲਕ ਨਾ ਹੋਵੇ, ਅਨਾਥ ਯਤੀਮ ਨਖਸਵੇਂ ਸਮਝਦੇ ਹੋਣ ਆਪਣੇ ਆਪ ਨੂੰ, ਇੱਕ ਵਾਹਿਗੁਰੂ ਦੀ ਸ਼ਰਨ ਲੈਂਦੇ ਹੋਣ ਵੀ ਸਾਡਾ ਕੋਈ ਵੀ ਨਹੀਂ ਤੇਰੇ ਤੋਂ ਬਗੈਰ। ਇਸ ਤਰ੍ਹਾਂ ਦੇ ਜਿਹੜੇ ਗਰੀਬ ਆਜਿਜ਼ ਨਿਮਾਣੇ ਹੋਣ, ਉਹਨਾਂ ਦੀ ਹਮੇਸ਼ਾ ਰਾਖੀ ਕਰਦਾ ਹੈ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓਏ। ਹਮੇਸ਼ਾ ਉਸ ਦਾ ਇਹ ਸੁਭਾਅ ਨਿਆਉ ਹੈ ਕਿ ਧਰਮੀ ਪੁਰਸ਼ਾਂ ਦੀ ਜੈ ਜੈਕਾਰ ਉਹਨੇ ਕੀਤੀ ਹੈ,
ਤੇ ਪਾਪੀਆਂ ਨੂੰ ਹਮੇਸ਼ਾ ਦੰਡ ਦਿੱਤਾ ਹੈ। ਉਹਦਾ ਨਿਆਂ ਇਸ ਤਰ੍ਹਾਂ ਦਾ ਹੀ ਹੈ, ਜਿਵੇਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਪਦੇਸ਼ਮਈ ਬਚਨ ਹੈ। ਹਜ਼ੂਰ ਨੇ ਗੋਇੰਦਵਾਲ ਸਾਹਿਬ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਕਿਹਾ ਸੀ ਕਿ ਤੁਹਾਡੇ ਨਾਲ ਕੋਈ ਵਧੀਕੀ ਕਰਦਾ, ਤੁਹਾਡਾ ਬੁਰਾ ਕਰਦਾ ਤਾਂ ਤੁਸੀਂ ਜਰ ਲਓ, ਤੁਸੀਂ ਉਲਟ ਕੇ ਉਸ ਦਾ ਬੁਰਾ ਨਾ ਕਰੋ। 1 ਵਾਰੀ 2 ਵਾਰੀ ਹੱਦ 3 ਵਾਰੀ। ਅਤੇ ਜਦੋਂ ਤੁਸੀਂ ਫਿਰ ਵੀ ਉਸ ਦੇ ਉਲਟ ਨਹੀਂ ਚੱਲੋਗੇ, ਉਹਦਾ ਬੁਰਾ ਨਹੀਂ ਕਰੋਗੇ, ਤਾਂ ਫਿਰ ਉਹ ਪਰਮਾਤਮਾ ਅਕਾਲ ਪੁਰਖ ਆਪੇ ਸਾਂਭ ਲਵੇਗਾ ਉਸ ਨੂੰ। ਫਿਰ ਉਹ ਕਰਤਾ ਉਹਦੇ ਖਿਲਾਫ ਹੋ ਜਾਏਗਾ ਅਤੇ ਰੱਬ ਦੀ ਡਾਂਗ ਬੜੀ ਜ਼ਬਰਦਸਤ ਹੈ। ਔਰ ਇਹ ਵੀ ਕਿਹਾ ਕਿ ਪਰਮਾਤਮਾ ਦੀ ਚੱਕੀ ਚੱਲਦੀ ਤਾਂ ਬੜੀ ਸਹਿਜੇ ਹੈ, ਪਰ ਪੀਸਦੀ ਬੜਾ ਬਰੀਕ ਹੈ। ਇਸ ਕਰਕੇ ਵਾਹਿਗੁਰੂ 'ਤੇ ਟੇਕ ਰੱਖਿਆ ਕਰੋ। ਪਾਪੀਆਂ ਨੂੰ ਹਮੇਸ਼ਾ ਦੰਡ ਦਿੰਦਾ ਅਖੀਰ ਨੂੰ ਵਾਹਿਗੁਰੂ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਬਚਨ ਫਰਮਾਉਂਦੇ ਨੇ, ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਜੋ ਮਨਮੁਖ ਜੀਵ ਹੈ ਉਹ ਇਸ ਤਰ੍ਹਾਂ ਦਾ ਜਿਵੇਂ ਕੋਈ ਇਸਤਰੀ ਮਨ ਦੀ ਮੈਲੀ ਹੋਵੇ ਔਰ ਕਰਮਾਂ ਕਰਕੇ ਮੈਲੀ ਹੋਵੇ, ਕੁਲੱਖਣੀ ਖੋਟੇ ਲੱਛਣਾਂ ਵਾਲੀ ਹੋਵੇ, ਕੁਨਾਰ ਭੈੜੀ ਇਸਤਰੀ ਹੋਵੇ, ਉਸ ਤਰ੍ਹਾਂ ਦਾ ਮਨਮੁਖ। ਫਿਰ ਛੋੜਿਆ ਘਰ ਆਪਣਾ, ਕਿਉਂਕਿ ਐਸੀ ਮੈਲੀ ਅਤੇ ਕੁਲੱਛਣੀ ਅਤੇ ਖੋਟੀ ਨਾਰ ਨੇ ਆਪਣਾ ਘਰ ਜਿਹੜਾ ਬੈਠਾ ਹੋਇਆ ਪਤੀ ਹੈ, ਆਪਣੇ ਘਰ ਵਿੱਚ ਬੈਠਾ ਪਤੀ, ਉਹ ਤਾਂ ਛੱਡ ਦਿੱਤਾ ਉਹਦੇ ਪਿਆਰ ਨੂੰ, ਅਤੇ ਪਰ ਪੁਰਖ ਹੈ ਨਾਲ ਪਿਆਰ, ਪਰਾਏ ਪੁਰਖਾਂ ਦੇ ਨਾਲ ਉਹ ਪਿਆਰ ਕਰਦੀ ਹੋਵੇ। ਇਸੇ ਪ੍ਰਕਾਰ ਜੋ ਮਨਮੁਖ ਹੈ, ਅਕਾਲ ਪੁਰਖ ਪਰਮਾਤਮਾ ਜੋ ਆਪਣੇ ਘਰ ਹਿਰਦੇ ਅੰਦਰ ਹੀ ਹੈ, ਉਸ ਵਾਹਿਗੁਰੂ ਦਾ ਪ੍ਰੇਮ ਤੇ ਛੱਡ ਦਿੱਤਾ ਹੈ ਅਤੇ ਪਰਾਏ ਪੁਰਖਾਂ ਹੋਰਨਾਂ ਦੇ ਨਾਲ ਮਾਇਆ ਵਾਸਤੇ ਜਾਂ ਮਾਇਆ ਜਿੱਦੀ ਪੂਜਾ ਕਰਦੇ ਹਾਂ, ਜਿਵੇਂ ਠਾਕੁਰ ਛੋੜ ਦਾਸੀ ਕੋ ਸਿਮਰਹਿ ਮਨਮੁਖ ਅੰਧ ਅਗਿਆਨਾ। ਹੋਰਨਾਂ ਦੇ ਨਾਲ ਪਿਆਰ ਹੈ, ਦੇਵੀ ਦੇਵਤਿਆਂ ਨਾਲ ਪਿਆਰ ਹੈ, ਬਗਾਨਿਆਂ ਦੇ ਨਾਲ ਪਿਆਰ ਹੈ। ਆਪਣੇ ਖਸਮ ਅਕਾਲ ਪੁਰਖ ਨੂੰ ਛੱਡ ਦਿੱਤਾ ਅਤੇ ਹੋਰਨਾਂ ਦੇ ਨਾਲ ਪਿਆਰ ਪਾਇਆ ਹੈ। ਤ੍ਰਿਸ਼ਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ। ਜਿਵੇਂ ਉਸ ਖੋਟੇ ਲੱਛਣਾਂ ਵਾਲੀ ਇਸਤਰੀ ਦੀ ਤ੍ਰਿਸ਼ਨਾ ਨਹੀਂ ਕਦੇ ਬੁਝਦੀ, ਇਸੇ ਪ੍ਰਕਾਰ ਉਸ ਮਨਮੁਖ ਦੀ ਵੀ ਤ੍ਰਿਸ਼ਨਾ ਪਦਾਰਥਾਂ ਆਦਿਕਾਂ ਦੀ ਨਹੀਂ ਬੁਝਦੀ ਹੈ, ਦੂਰ ਨਹੀਂ ਹੁੰਦੀ, ਜਲਦੀ ਕਰੇ ਪੁਕਾਰ। ਔਰ ਜਿਵੇਂ ਉਹ ਭੈੜੀ ਇਸਤਰੀ ਅੰਦਰੋਂ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਸੜਦੀ ਹੋਈ ਪੁਕਾਰਾਂ ਕਰਦੀ ਹੈ, ਇਸ ਤਰ੍ਹਾਂ ਮਨਮੁਖ ਵੀ ਮਾਨੋ ਸੜਦਾ ਹੋਇਆ ਉਹਦਾ ਮਨ ਅੰਦਰੋਂ ਹਾਲ ਪਾ ਰਿਹਾ ਕਰਦਾ, ਵਿਰਲਾਪ ਕਰਦਾ, ਪੁਕਾਰਾਂ ਕਰਦਾ। ਨਾਨਕ ਬਿਨ ਨਾਵੈ ਕਰੂਪ ਸੋਹਣੀ, ਪਰ ਹਰ ਛੋਡੀ ਪਤਾਰ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਇਸ ਤਰ੍ਹਾਂ ਉਹ ਮਨਮੁਖ ਜੀਵ ਇਸਤਰੀ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਗੈਰ ਭੈੜੇ ਰੂਪ ਵਾਲੀ ਹੈ, ਕੁਸੋਹਣੀ ਕੋਝੀ ਹੈ। ਔਰ ਪਤਾਰ ਪਤੀ ਪਰਮਾਤਮਾ ਨੇ ਤਿਆਗ ਛੱਡੀ ਹੈ। ਪਰ ਹਰ ਤਿਆਗਣਾ, ਛੱਡ ਦੇਣਾ, ਘਰੋਂ ਹੀ ਕੱਢ ਦੇਣਾ। ਤਿਆਗ ਛੱਡੀ ਹੈ, ਤਿਆਗ ਦਿੱਤੀ ਹੈ, ਉਹਨੂੰ ਧਾਰਨ ਨਹੀਂ ਕੀਤਾ, ਅੰਗੀਕਾਰ ਨਹੀਂ ਕੀਤਾ ਹੈ। ਮਹੱਲਾ ਤੀਜਾ। ਸ਼੍ਰੀ ਗੁਰੂ ਅਮਰਦਾਸ ਅਗਲਾ ਸ਼ਲੋਕ ਉਚਾਰਦੇ ਹਨ। ਸ਼ਬਦ ਰੱਤੀ ਸੁਹਾਗਣੀ, ਸਤਿਗੁਰ ਕੈ ਭਾਏ ਪਿਆਰ। ਹੁਣ ਮਹਾਰਾਜ ਦੱਸ ਰਹੇ ਨੇ ਕਿ ਜਿਹੜੇ ਗੁਰਮੁਖ ਪਿਆਰੇ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ, ਉਹ ਸੁਹਾਗਵੰਤੀਆਂ ਇਸਤਰੀਆਂ ਦੀ ਨਿਆਈ ਨੇ। ਸੁਹਾਗ ਭਾਗ ਵਾਲੀ ਜਿਹੜੀ ਹੁੰਦੀ ਹੈ, ਪਤੀ ਜਿਉਂਦਾ ਹੈ, ਪਤੀ ਵਰਤਾ ਇਸਤਰੀ ਹੈ, ਪਤੀ ਨਾਲ ਪਿਆਰ ਹੈ। ਸਤਿਗੁਰੂ ਕੈ ਭਾਏ ਪਿਆਰ, ਸਤਿਗੁਰੂ ਦੇ ਭਾਣੇ ਵਿੱਚ ਉਹਨਾਂ ਦਾ ਪਿਆਰ ਹੈ, ਸਤਿਗੁਰੂ ਦੇ ਹੁਕਮ ਨੂੰ ਮੰਨਣ ਵਿੱਚ ਪਿਆਰ ਹੈ। ਉਹ ਸੁਹਾਗਵੰਤੀਆਂ ਸੁਹਾਗਣੀਆਂ ਦੀ ਨਿਆਈ ਹਨ। ਸਦਾ ਰਾਵੇ ਪਿਰ ਆਪਣਾ, ਉਹ ਗੁਰਮੁਖ ਸਖੀ ਸਦਾ ਹੀ ਆਪਣੇ ਪਿਰ ਪਤੀ ਪਰਮਾਤਮਾ ਦੀ ਅਭੇਦਤਾ ਦਾ ਆਨੰਦ ਮਾਣਦੀ ਹੈ। ਸੱਚੇ ਪ੍ਰੇਮ ਪਿਆਰ, ਸੱਚੇ ਅਕਾਲ ਪੁਰਖ ਦੇ ਪ੍ਰੇਮ ਅਤੇ ਪਿਆਰ ਦੇ ਵਿੱਚ, ਪ੍ਰੀਤੀ ਵਿੱਚ, ਪ੍ਰੇਮ ਵਿੱਚ ਸਦਾ ਲੀਨ ਰਹਿੰਦੀ ਹੈ। ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ, ਉਹ ਅਤਿਅੰਤ ਹੀ ਸੁੰਦਰ ਸਰੂਪ ਹੈ। ਉਹ ਬਹੁਤੀ ਸੁੰਦਰੀ ਹੈ, ਬਹੁਤੇ ਸੋਹਣੇ ਰੂਪ ਵਾਲੀ ਹੈ, ਅਤੇ ਉਹ ਨਾਰ ਇਸਤਰੀ ਸੋਭਾ ਵਾਲੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ।
ਨਾਨਕ ਨਾਮ ਸੁਹਾਗਣੀ ਮੇਲੀ ਮੇਲਣਹਾਰ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਨਾਮ ਨਾਲ ਜੁੜਨ ਕਰਕੇ ਉਹ ਮਹਾਤਮਾ ਰੂਪ ਸਖੀ ਸੁਹਾਗਣੀ ਹੈ। ਮੇਲਣਹਾਰ ਪ੍ਰਮਾਤਮਾ ਨੇ ਉਹ ਆਪਣੇ ਵਿੱਚ ਮੇਲ ਲਈ ਹੈ, ਆਪਣੇ ਵਿੱਚ ਉਸ ਨੂੰ ਅਭੇਦਤਾ ਬਖਸ਼ ਦਿੱਤੀ ਹੈ। ਪੌੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਹਰ ਤੇਰੀ ਸਭ ਕਰ ਹੈ ਉਸਤਤ ਜਿਨ ਫਾਥੇ ਕਾਢਿਆ। ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਸਭ ਤੁਹਾਡੀ ਉਸਤਤ ਵਡਿਆਈ ਕਰਦੇ ਹਨ। ਜਿਨ ਫਾਥੇ ਕਾਢਿਆ, ਜਿਸ ਆਪ ਜੀ ਨੇ ਮਾਇਆ ਦੇ ਵਿੱਚ ਫਸਿਆ ਹੋਇਆਂ ਜੀਆਂ ਨੂੰ ਕੱਢਿਆ ਹੈ ਆਪਣੀ ਬਖਸ਼ਿਸ਼ ਨਾਲ। ਹਰ ਤੁਧਨੋਂ ਕਰ ਹੈ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ। ਹੇ ਹਰੀ ਜੀ, ਤੁਹਾਡੇ ਤਾਈਂ ਸਾਰੇ ਉਹ ਭਗਤ ਜਨ ਨਮਸਕਾਰਾਂ ਕਰਦੇ ਹਨ ਜਿਸ ਆਪ ਜੀ ਨੇ ਭਗਤਾਂ ਨੂੰ ਪਾਪਾਂ ਤੋਂ ਰੱਖ ਲਿਆ ਹੈ, ਬਚਾ ਲਿਆ ਹੈ, ਪਾਪਾਂ ਵਿੱਚ ਗਲਤਾਨ ਨਹੀਂ ਹੋਣ ਦਿੱਤਾ। ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ। ਹੇ ਹਰੀ ਜੀ, ਜੋ ਨਿਮਾਣੇ ਹਨ, ਮਾਣ ਤਿਆਗਣ ਵਾਲੇ, ਗਰੀਬੀ ਵਾਲੇ, ਨਿਮਰਤਾਵਾਨ, ਉਹਨਾਂ ਨਿਮਾਣਿਆਂ ਦਾ ਤੁਸੀਂ ਮਾਣ ਰੂਪ ਹੋ ਸੱਚੇ ਪਾਤਸ਼ਾਹ, ਉਹਨਾਂ ਨੂੰ ਤੁਸੀਂ ਮਾਣ ਬਖਸ਼ਣ ਵਾਲੇ ਹੋ। ਹੇ ਹਰੀ ਜੀ, ਤੁਸੀਂ ਡਾਢਿਆਂ ਤੋਂ ਉੱਚੇ ਡਾਢੇ ਹੋ, ਮਤਲਬ ਤਾਕਤਵਾਰਾਂ ਤੋਂ ਵੱਡੇ ਤਾਕਤਵਰ ਹੋ, ਪਰਮ ਤਾਕਤਵਰ ਹੋ। ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ। ਹੇ ਭਗਤੋ, ਹੇ ਗੁਰਮੁਖ ਪਿਆਰਿਓ, ਹਰੀ ਪਰਮਾਤਮਾ ਸਦਾ ਹੀ ਹੰਕਾਰੀਆਂ ਨੂੰ ਮਾਰ ਕੇ ਨਿਵਾ ਦਿੰਦਾ, ਭਾਵ ਦੁੱਖ ਦੇ ਕੇ ਬਿਪਤਾ 'ਚ ਪਾ ਕੇ ਨਿਵਾਉਂਦਾ ਹੈ, ਝੁਕਾ ਦਿੰਦਾ ਹੈ। ਮਨਮੁਖ ਮੂੜ ਸਾਧਿਆ, ਜਿਹੜੇ ਮਨਮੁਖ ਮੂੜ ਮਨ ਦੇ ਬਸਮਝ ਨੇ ਨਾ, ਮੂਰਖ, ਉਹਨਾਂ ਨੂੰ ਵੀ ਸਾਧ ਦਿੰਦਾ ਪਰਮੇਸ਼ਰ। ਜਿਹੜੇ ਨਹੀਂ ਸਾਧੇ ਜਾਣਦੇ ਕਿਸੇ ਤੋਂ ਵੀ, ਜਦੋਂ ਵਾਹਿਗੁਰੂ ਚਾਹੁੰਦਾ ਫਿਰ ਉਹਨਾਂ ਨੂੰ ਵੀ ਸਾਧ ਦਿੰਦਾ ਹੈ। ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ। ਹਰੀ ਪਰਮਾਤਮਾ ਆਪਣੇ ਉਹਨਾਂ ਭਗਤਾਂ ਨੂੰ ਸਦਾ ਵਾਸਤੇ ਵਡਿਆਈ ਬਖਸ਼ਦਾ ਹੈ ਜੋ ਗਰੀਬ ਨਿਮਰਤਾਵਾਨ ਹੋ ਕੇ ਆਪਣੇ ਆਪ ਨੂੰ ਅਨਾਥ ਸਮਝ ਲੈਂਦੇ ਨੇ ਕਿ ਹੇ ਵਾਹਿਗੁਰੂ, ਤੁਹਾਡੇ ਤੋਂ ਬਗੈਰ ਸਾਡਾ ਕੋਈ ਮਾਲਕ ਨਹੀਂ, ਸਾਡਾ ਕੋਈ ਰਖਵਾਲਾ ਨਹੀਂ, ਸਾਡਾ ਤਾਂ ਤੂੰ ਹੀ ਹੈ। ਇਸ ਪ੍ਰਕਾਰ ਆਪਣੇ ਭਗਤਾਂ ਨੂੰ ਵਡਿਆਈ ਬਖਸ਼ਦਾ ਹੈ। ਗਰੀਬ ਨਿਵਾਜ ਗੁੱਸਈਆਂ ਮੇਰਾ ਮਾਥਾ ਛਤਰ ਧਰੈ। ਉਹ ਗਰੀਬ ਜਿਹੜੇ ਹੋ ਜਾਂਦੇ ਨੇ ਉਹਨਾਂ ਨੂੰ ਨਿਵਾਜਣ ਵਾਲਾ, ਵਡਿਆਉਣ ਵਾਲਾ ਹੈ ਵਾਹਿਗੁਰੂ। ਨੀਚ ਜਾਤ ਹਰ ਜਪਤਿਆ ਊਤਮ ਪਦਵੀ ਪਾਏ। ਉੱਚੀਆਂ ਪਦਵੀਆਂ 'ਤੇ ਉਹਨਾਂ ਨੂੰ ਪਹੁੰਚਾ ਦਿੰਦਾ। ਵੱਡੇ ਵੱਡੇ ਰਾਜੇ ਮਹਾਰਾਜੇ ਉਹਨਾਂ ਦੇ ਅੱਗੇ ਝੁਕਾ ਦਿੰਦਾ, ਜਿਵੇਂ ਰਵਿਦਾਸ ਜੀ ਅੱਗੇ ਝੁਕੇ ਸਨ ਸਾਰੇ, ਨਾਮਦੇਵ ਜੀ ਅੱਗੇ ਬਾਦਸ਼ਾਹ ਝੁਕਿਆ ਸੀ, ਕਬੀਰ ਜੀ ਅੱਗੇ ਝੁਕੇ ਸਨ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਪੌੜੀ ਦੇ ਨਾਲ ਦੇ ਸ਼ਲੋਕ ਉਚਾਰਦੇ ਹਨ। ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਜੋ ਸਤਿਗੁਰੂ ਦੇ ਹੁਕਮ ਅਨੁਸਾਰ, ਸਤਿਗੁਰੂ ਦੀ ਰਜ਼ਾ ਅਨੁਸਾਰ, ਸਤਿਗੁਰੂ ਦੀ ਆਗਿਆ ਅਨੁਸਾਰ ਚੱਲਦਾ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੁੜ ਚੋਟਾਂ ਖਾਵੈ। ਸਤਿਗੁਰੂ ਦੇ ਭਾਣੇ ਅੰਦਰ, ਹੁਕਮ ਅੰਦਰ, ਰਜ਼ਾ ਅਨੁਸਾਰ ਜੋ ਚੱਲਦਾ ਹੈ, ਆਪਣੇ ਆਪ ਨੂੰ ਉਸ ਦੇ ਅਨੁਸਾਰ ਤੋਰ ਲੈਂਦਾ ਹੈ। ਤਿਸ ਵਡਿਆਈ ਵੱਡੀ ਹੋਏ। ਉਸ ਗੁਰਮੁਖ ਦੀ ਵਡਿਆਈ, ਮਹਾਨਤਾ ਬਹੁਤ ਵੱਡੀ ਹੋ ਜਾਂਦੀ ਹੈ। ਹਰ ਕਾ ਨਾਮ ਉੱਤਮ ਮਨ ਵਸੈ, ਮੇਟ ਨਾ ਸਕੈ ਕੋਇ। ਉਸ ਦੇ ਉੱਤੇ ਇਹ ਬਖਸ਼ਿਸ਼ ਹੁੰਦੀ ਹੈ ਕਿ ਹਰੀ ਦਾ ਜੋ ਮਹਾਨ ਉਤਕ੍ਰਿਸ਼ਟ ਮਹਾਨਤਾ ਵਾਲਾ ਨਾਮ ਹੈ, ਉਸ ਦੇ ਮਨ ਵਿੱਚ ਵਸ ਜਾਂਦਾ ਹੈ। ਅਤੇ ਇਸ ਬਖਸ਼ਿਸ਼ ਨੂੰ, ਜਿਹੜੀ ਨਾਮ ਦੀ ਮਿਹਰ ਹੋਈ ਹੈ, ਹਿਰਦੇ 'ਚ ਵਸਿਆ ਹੈ, ਗਿਆਨ ਪ੍ਰਾਪਤ ਹੋਇਆ, ਇਸ ਨੂੰ ਕੋਈ ਮੇਟ ਨਹੀਂ ਸਕਦਾ। ਬਖਸ਼ਿਸ਼ ਨੂੰ ਕੋਈ ਅੰਦਰੋਂ ਕੱਢ ਨਹੀਂ ਸਕਦਾ, ਔਰ ਉਸ ਦੀ ਵਡਿਆਈ ਨੂੰ ਕੋਈ ਨਹੀਂ ਮੇਟ ਸਕਦਾ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਜਿਸ ਦੇ ਉੱਪਰ ਆਪਣੀ ਵਾਹਿਗੁਰੂ ਕਿਰਪਾ ਕਰਦਾ ਹੈ ਅਤੇ ਉਸ ਦੇ ਤਾਈਂ ਉਸ ਦੀ ਕਿਰਪਾ ਕਰਮ ਬਖਸ਼ਿਸ਼ ਦੁਆਰਾ ਇਹ ਨਾਮ ਪ੍ਰਾਪਤ ਹੁੰਦਾ ਹੈ। ਨਾਨਕ ਕਾਰਣ ਕਰਤੇ ਵਸ ਹੈ, ਗੁਰਮੁਖ ਬੂਝੈ ਕੋਇ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਨਾਮ ਦੀ ਪ੍ਰਾਪਤੀ ਦਾ ਕਾਰਨ, ਕਿਉਂਕਿ ਕਿਸੇ ਵੀ ਕਾਰਜ ਦਾ ਕੋਈ ਕਾਰਨ ਹੁੰਦਾ ਹੈ। ਕਾਰਨ ਦਾ ਅਰਥ ਹੈ ਵਜ੍ਹਾ, ਸਬੱਬ, ਢੰਗ, ਤਰੀਕਾ, ਵਿਧੀ, ਜਿਸ ਕਰਕੇ ਉਹ ਕਾਰਜ ਹੁੰਦਾ।
ਸੋ ਜਿਵੇਂ ਸੰਸਾਰ ਪਰਮਾਤਮਾ ਦਾ ਕਾਰਜ ਹੈ ਤੇ ਸੰਸਾਰ ਦੇ ਪਿੱਛੇ ਕਾਰਨ ਰੂਪ ਆਪ ਹੈ। ਜੰਝ ਕਹਿ ਲਓ ਵੀ ਸੰਸਾਰ ਨੂੰ ਰਚਣ ਦਾ ਕਾਰਨ ਮਾਇਆ ਹੈ ਤੇ ਉਸ ਕਾਰਨ ਦਾ ਵੀ ਕਾਰਨ ਰੂਪ ਪਰਮਾਤਮਾ ਪਿੱਛੇ, ਜਿਸ ਨੇ ਮਾਇਆ ਰਚੀ ਤੇ ਅੱਗੇ ਸੰਸਾਰ ਰਚਿਆ। ਸਾਰੇ ਕਾਰਨ ਕਰਤੇ ਅਕਾਲ ਪੁਰਖ ਦੇ ਆਪਣੇ ਵੱਸ ਵਿੱਚ ਹੀ। ਇਹ ਜਿਹੜਾ ਕਾਰਨ ਹੈ ਨਾ, ਜਿਸ ਕਰਕੇ ਨਾਮ ਹਿਰਦੇ 'ਚ ਵੱਸਦਾ, ਸਤਿਗੁਰੂ ਦੇ ਭਾਣੇ ਅਨੁਸਾਰ ਜੋ ਗੁਰਮੁਖ ਚੱਲਦਾ, ਇਹਦੇ ਪਿੱਛੇ ਕਾਰਨ ਰੂਪ ਵਾਹਿਗੁਰੂ ਆਪ ਹੀ ਹੈ। ਉਹ ਕਾਰਨ ਕਰਤੇ ਦੇ ਵੱਸ ਵਿੱਚ ਹੈ, ਗੁਰਮੁਖ ਬੂਝੈ ਕੋਇ। ਪਰ ਇਸ ਭੇਦ ਨੂੰ ਕੋਈ ਵਿਰਲਾ ਗੁਰਮੁਖ ਹੀ ਬੁੱਝਦਾ ਹੈ, ਸਮਝਦਾ, ਉਸ ਨੂੰ ਪਤਾ ਹੁੰਦਾ। ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਦਾਤਾ ਜੀ ਬਚਨ ਫਰਮਾਉਂਦੇ ਨੇ, ਨਾਨਕ ਹਰ ਨਾਮ ਜਿਨੀ ਅਰਾਧਿਆ, ਅਨ ਦਿਨ ਹਰ ਲਿਵਤਾਰ। ਹਜ਼ੂਰ ਕਹਿੰਦੇ ਨੇ, ਹਰੀ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਅਰਾਧਿਆ ਹੈ, ਅਨ ਦਿਨ ਰਾਤ ਦਿਨ ਹਰੀ ਪਰਮਾਤਮਾ ਵੱਲ ਨੂੰ ਸੁਰਤ ਨੂੰ ਜੋੜ ਕੇ, ਲਿਵਤਾਰ ਇੱਕ ਰਸ ਬਿਰਤੀ ਨੂੰ ਜੋੜ ਕੇ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਆਰਾਧਨ ਕੀਤਾ ਰਾਤ ਦਿਨ, ਫਿਰ ਕੀ ਮਿਲਿਆ ਜੀ ਉਹਨਾਂ ਨੂੰ? ਤਾਂ ਹਜ਼ੂਰ ਕਹਿੰਦੇ ਨੇ, ਮਾਇਆ ਬੰਦੀ ਖਸਮ ਕੀ ਤਨ ਅੱਗੇ ਕਮਾਵੇ ਕਾਰ। ਜਿਸ ਮਾਇਆ ਦੇ ਪਿੱਛੇ ਸਾਰਾ ਜਗਤ ਪਾਗਲ ਹੋਇਆ ਫਿਰਦਾ, ਕੁਛ ਵੀ ਕਰਨ ਨੂੰ ਲੋਕ ਤਿਆਰ ਹੋ ਜਾਂਦੇ, ਦੀਨ ਮਾਨ ਧਰਮ ਛੱਡ ਦਿੰਦੇ, ਪਾਪ ਤੋਂ ਵੱਡਾ ਪਾਪ ਕਰਨ ਨੂੰ ਤਿਆਰ ਹੋ ਜਾਂਦੇ ਪਦਾਰਥਾਂ ਦੀ ਖਾਤਰ। ਹਜ਼ੂਰ ਕਹਿੰਦੇ ਨੇ, ਜਿੰਨੀ ਮਾਇਆ ਪਰਮਾਤਮਾ ਰਚੀ ਹੈ, ਇਹ ਸਾਰੀ ਉਸ ਖਸਮ ਦੀ ਬੰਦੀ ਦਾਸੀ ਹੈ। ਤੇ ਇਹ ਫਿਰ ਪਰਮਾਤਮਾ ਦੀ ਦਾਸੀ ਇਹ ਮਾਇਆ ਉਹਨਾਂ ਦੇ ਅੱਗੇ ਹੋ ਕੇ ਕਾਰ ਕਮਾਉਂਦੀ ਹੈ। ਜਿਵੇਂ ਬਚਨ ਹੁਣ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ। ਜਿਸ ਦਾ ਦਾਸ ਸਾਰਾ ਜਗਤ ਬਣਿਆ ਫਿਰਦਾ, ਜਿਹਦੇ ਪਿੱਛੇ ਕਮਲਾ ਹੋਇਆ ਫਿਰਦਾ, ਇਹ ਮਾਇਆ ਉਹਨਾਂ ਦੀ ਦਾਸੀ ਬਣ ਜਾਂਦੀ ਹੈ। ਖਸਮ ਦੀ ਦਾਸੀ ਹੈ ਨਾ, ਇਹ ਵਾਹਿਗੁਰੂ ਦੀ ਰਚੀ ਹੋਈ ਹੈ ਤੇ ਸੇਵਾਦਾਰ ਨਹੀਂ ਹੈ। ਇਹ ਪਰਮਾਤਮਾ ਉਹਨਾਂ ਦੇ ਅੱਗੇ ਰੱਖ ਦਿੰਦਾ, ਉਹਨਾਂ ਦੀ ਦਾਸੀ ਬਣਾ ਦਿੰਦਾ। ਤਿੰਨ ਅੱਗੇ ਹੋ ਕੇ ਕਾਰ ਕਮਾਉਂਦੀ ਦਾਸੀ ਬਣ ਕੇ। ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ। ਕਿਉਂਕਿ ਉਹ ਜੋ ਪੂਰਾ ਪਰਮਾਤਮਾ ਹੈ, ਪੂਰਨ ਪੁਰਖ ਹੈ ਵਾਹਿਗੁਰੂ, ਉਸਨੇ ਆਪਣੇ ਭਗਤ ਨੂੰ ਪੂਰਾ ਕਰ ਛੱਡਿਆ ਹੈ। ਆਪਣੇ ਹੁਕਮ ਦੁਆਰਾ ਸਵਾਰਨ ਹਾਰ ਹੈ ਵਾਹਿਗੁਰੂ। ਆਪਣੇ ਭਗਤ ਨੂੰ ਜਿਹੜਾ ਉਹਦੇ ਨਾਮ ਨਾਲ ਜੁੜਦਾ ਹੈ, ਵਾਹਿਗੁਰੂ ਆਪਣੇ ਹੁਕਮ ਦੁਆਰਾ ਸਵਾਰ ਦਿੰਦਾ ਹੈ। ਤੇ ਇਸ ਕਰਕੇ ਉਸ ਪੂਰਨ ਪਰਮਾਤਮਾ ਨੇ ਉਸ ਭਗਤ ਨੂੰ ਵੀ ਪੂਰਾ ਬਣਾ ਛੱਡਿਆ, ਪੂਰਿਆਂ ਗੁਣਾਂ ਵਾਲਾ, ਪੂਰੀ ਸਮਰੱਥਾ ਵਾਲਾ। ਗੁਰ ਪ੍ਰਸਾਦੀ ਜਨ ਬੁੱਝਿਆ। ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਨ੍ਹਾਂ ਨੇ ਬੁੱਝ ਲਿਆ ਹੈ ਪਰਮੇਸ਼ਰ ਅਕਾਲ ਪੁਰਖ ਦੇ ਭੇਦ ਨੂੰ, ਤਿੰਨ ਪਾਇਆ ਮੋਖ ਦੁਆਰ। ਉਹਨਾਂ ਨੇ ਮੁਕਤੀ ਦਾ ਦਰਵਾਜ਼ਾ, ਆਤਮ ਗਿਆਨ, ਬ੍ਰਹਮ ਗਿਆਨ ਪ੍ਰਾਪਤ ਕਰ ਲਿਆ, ਜਿਸ ਦੁਆਰਾ ਮੁਕਤ ਹੋਈਦਾ। ਬੰਦ ਖਲਾਸੀ ਵਾਲੀ ਅਵਸਥਾ, ਨਿਰਵਿਕਾਰ ਅਵਸਥਾ, ਅਡੋਲਤਾ ਵਾਲੀ ਅਵਸਥਾ, ਇਹ ਪ੍ਰਾਪਤ ਉਹਨਾਂ ਕੀਤੀ ਹੈ। ਮਨਮੁਖ ਹੁਕਮ ਨਾ ਜਾਣਨੀ, ਪਰ ਮਨ ਦੇ ਪਿੱਛੇ ਲੱਗਣ ਵਾਲੇ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਜਾਣਦੇ ਹਨ, ਨਹੀਂ ਬੁੱਝਦੇ ਹਨ। ਤਿੰਨ ਮਾਰੇ ਜਮ ਜੰਦਾਰ। ਉਹਨਾਂ ਦੇ ਤਾਈਂ ਜਿਹੜਾ ਜਮ ਹੈ, ਜੰਦਾਰ ਜ਼ਾਲਮ, ਜਿੰਦ ਦਾ ਵੈਰੀ ਵੀ ਅਰਥ ਕਰਦੇ ਨੇ, ਜਿੰਦ ਦਾ ਵੈਰੀ। ਸੋ ਇਸ ਪ੍ਰਕਾਰ ਜੰਦਾਰ ਜ਼ਾਲਮ ਜਿਹੜਾ ਜਮ ਹੈ, ਉਹਨਾਂ ਦੇ ਤਾਈਂ ਮਾਰਦਾ, ਮਾਰ ਪਾਉਂਦਾ, ਦੁੱਖ ਦਿੰਦਾ ਹੈ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਭੌਜਲ ਸੰਸਾਰ। ਪਰ ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਣ ਵਾਲੇ ਹਨ, ਗੁਰੂ ਮੁਖ ਤੋਂ ਉਪਦੇਸ਼ ਸੁਣ ਕੇ, ਗੁਰੂ ਦੇ ਅਨੁਸਾਰੀ ਹੋ ਕੇ ਜਿਨ੍ਹਾਂ ਨੇ ਅਰਾਧਿਆ ਵਾਹਿਗੁਰੂ ਪਰਮਾਤਮਾ ਨੂੰ, ਤਿੰਨ ਤਰਿਆ ਭੌਜਲ ਸੰਸਾਰ। ਉਹਨਾਂ ਨੇ ਇਹ ਸੰਸਾਰ ਜਿਹੜਾ ਕਿ ਭੌਜਲ, ਜਿਸ ਸੰਸਾਰ ਰੂਪੀ ਸਰੋਵਰ ਵਿੱਚ ਪਦਾਰਥਾਂ ਰੂਪੀ ਡਰਾਂ ਦਾ ਪਾਣੀ ਭਰਿਆ ਹੋਇਆ, ਪਦਾਰਥਾਂ ਦਾ ਵੀ ਪਾਣੀ ਭਰਿਆ, ਇਹਦੇ ਵਿੱਚ ਡੁੱਬ ਜਾਈਦਾ। ਜੰਮਣ ਮਰਨ ਰੂਪੀ ਭੌਜ ਦੇ ਅੰਦਰ ਹੈ। ਐਸਾ ਜਿਹੜਾ ਭੌਜਲ ਸੰਸਾਰ ਹੈ, ਡਰ ਰੂਪੀ ਪਾਣੀ ਜਿਹਦੇ 'ਚ ਭਰਿਆ ਹੋਇਆ, ਉਹ ਉਹਨਾਂ ਨੇ ਤਰ ਲਿਆ। ਹੁਣ ਉਹਨਾਂ ਨੂੰ ਕੋਈ ਡਰ ਨਹੀਂ ਵਿਆਪਦਾ, ਕੋਈ ਜੰਮਣ ਮਰਨ ਦਾ ਸੰਸਾ ਨਹੀਂ ਰਹਿ ਜਾਂਦਾ। ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਉਹਨਾਂ ਦੇ ਅੰਦਰ ਇੰਨੇ ਗੁਣ ਪੈਦਾ ਕਰ ਦਿੱਤੇ ਹਨ। ਉਹਨਾਂ ਗੁਣਾਂ ਦੇ ਪ੍ਰਤਾਪ ਨਾਲ ਉਹਨਾਂ ਨੇ ਆਪਣੇ ਸਾਰੇ ਔਗਣ ਮੇਟ ਲਏ ਨੇ। ਕਿਉਂਕਿ ਗੁਰ ਆਪੇ ਬਖਸ਼ਣਹਾਰ, ਉਹਨਾਂ ਦੇ ਪਿਛਲੇ ਕੀਤੇ ਸਭ ਗੁਨਾਹਾਂ ਨੂੰ ਸਤਿਗੁਰੂ ਮਹਾਰਾਜ ਆਪ ਬਖਸ਼ਣਹਾਰ ਹਨ, ਬਖਸ਼ਿੰਦ ਹਨ।
ਸਤਿਗੁਰੂ ਜੀ ਬਖਸ਼ਿਸ਼ ਕਰਕੇ ਬਖਸ਼ ਦਿੰਦੇ ਨੇ, ਮਾਫ ਕਰ ਦਿੰਦੇ ਨੇ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨਹਗਾਰ। ਹਰ ਜੀਓ ਲੇਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪੌੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕੁਛ ਜਾਣਦਾ। ਜੋ ਵਾਹਿਗੁਰੂ ਦੇ ਭਗਤ ਹਨ, ਉਹਨਾਂ ਦੀ ਇਹ ਅਵਸਥਾ ਹੈ ਕਿ ਉਹਨਾਂ ਦੇ ਹਿਰਦੇ ਅੰਦਰ ਹਰ ਕੀ ਪ੍ਰਤੀਤ, ਹਰੀ ਪ੍ਰਮਾਤਮਾ ਦੀ ਪ੍ਰਤੀਤੀ ਹੈ। ਹਰੀ ਪ੍ਰਮਾਤਮਾ ਉੱਪਰ ਨਿਸ਼ਚਾ ਹੈ, ਵਾਹਿਗੁਰੂ ਦਾ ਭਰੋਸਾ ਹੈ, ਬੇਪਰਤੀਤੇ ਨਹੀਂ ਹੈ। ਦ੍ਰਿੜ ਨਿਸ਼ਚਾ ਭਰੋਸਾ, ਇੱਕ ਰਸ ਲਗਾਤਾਰ, ਦੁੱਖ ਸੁੱਖ ਵੇਲੇ ਹਰ ਸਮੇਂ। ਉਹਨੂੰ ਇਹ ਪ੍ਰਤੀਤੀ ਹੈ ਕਿ ਹਰ ਸਭ ਕੁਝ ਜਾਣਦਾ, ਕਿ ਹਰੀ ਵਾਹਿਗੁਰੂ ਪ੍ਰਮਾਤਮਾ ਸਭ ਕੁਛ ਹੀ ਜਾਣਦਾ ਹੈ। ਬਾਹਰ ਜੋ ਹੋ ਰਿਹਾ ਉਹ ਵੀ ਜਾਣਦਾ, ਜੋ ਸਾਡੇ ਅੰਦਰ ਵਰਤਾਰਾ ਵਰਤ ਰਿਹਾ ਇਸ ਨੂੰ ਵੀ ਵਾਹਿਗੁਰੂ ਜਾਣਦਾ। ਉਸ ਤੋਂ ਕੋਈ ਓਹਲਾ ਤਾਂ ਹੈ ਨਹੀਂ। ਹਰ ਜੀਵੜ ਨਾ ਹੀ ਕੋਈ, ਜਾਣ ਹਰ ਧਰਮ ਵਿਚਾਰ ਦਾ। ਹਰੀ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ, ਤੇ ਹਰੀ ਜਾਣੂ ਹੈ। ਜਾਣ ਨਾਣੇ ਨੂੰ ਅੰਕੜ ਲੱਗਾ। ਹਰੀ ਜਾਣੂ, ਜਾਣਕਾਰ, ਅੰਤਰਜਾਮੀ ਹੈ। ਉਹ ਧਰਮ ਦੀ ਵਿਚਾਰ ਕਰਦਾ ਪਰਮਾਤਮਾ, ਭਾਵ ਸੱਚ ਦੀ ਵਿਚਾਰ ਕਰਦਾ ਹੈ। ਧਰਮ ਨੂੰ ਵਿਚਾਰਦਾ ਹੈ ਕਿ ਮੇਰਾ ਧਰਮ ਕਿਆ ਹੈ। ਧਰਮ ਸੁਭਾਅ ਬਿਰਧ ਪੁਰਾਣਾ ਧਰਮ ਵਾਹਿਗੁਰੂ ਦਾ ਹੈ, ਤੇ ਉਹ ਹਮੇਸ਼ਾ ਧਰਮ ਨੂੰ ਵਿਚਾਰਨ ਵਾਲਾ ਹੈ। ਕਾੜਾ ਅੰਦੇਸਾ ਕਿਉਂ ਕੀਜੈ, ਜਾਂ ਨਾਹੀ ਇਹ ਧਰਮ ਮਾਰਦਾ। ਜਾਂ ਜਦੋਂ ਪਰਮਾਤਮਾ ਅਧਰਮ ਭਾਵ ਅਨਿਆਉ ਕਰਕੇ ਮਾਰਦਾ ਨਹੀਂ ਜੀਆਂ ਨੂੰ, ਦੁੱਖ ਨਹੀਂ ਦਿੰਦਾ। ਜਦੋਂ ਉਹਦਾ ਨਿਆਂ ਸੱਚਾ ਹੈ, ਉਹ ਜੇ ਅਸੀਂ ਮਾਰਨ ਯੋਗ ਹੋਵਾਂਗੇ ਤਾਂ ਹੀ ਮਾਰੇਗਾ। ਜੇ ਅਸੀਂ ਬੇਗੁਨਾਹ ਹਾਂ ਤੇ ਫਿਰ ਉਹ ਅਨਿਆਂ ਨਹੀਂ ਕਰਦਾ। ਤੇ ਇਹ ਜਾਣ ਕੇ ਫਿਰ ਕਾੜਾ ਅੰਦੇਸਾ ਕਿਉਂ ਕੀਜੈ। ਕਾੜਾ ਮਤਲਬ ਹੈ ਚਿੰਤਾ, ਝੁਰਨਾ, ਤੇ ਅੰਦੇਸਾ ਡਰ। ਫਿਰ ਕਿਸ ਚੀਜ਼ ਦਾ ਫਿਕਰ, ਝੋਰਾ ਤੇ ਡਰ ਕਿਉਂ ਕਰਨਾ ਹੈ, ਜਦੋਂ ਉਹ ਅਧਰਮ ਵਿੱਚ ਆ ਕੇ ਮਾਰਦਾ ਨਹੀਂ। ਉਹ ਤਾਂ ਹਮੇਸ਼ਾ ਧਰਮ ਦੇ ਸਹਿਤ ਹੈ, ਉਹਦਾ ਤਾਂ ਨਿਆਂ ਧਰਮ ਦਾ ਹੈ। ਉਹ ਅਧਰਮ ਦੇ ਵਿੱਚ ਆ ਕੇ ਜੀਆਂ ਨੂੰ ਨਹੀਂ ਮਾਰਦਾ। ਸੱਚਾ ਸਾਹਿਬ ਸੱਚ ਨਿਆਓ, ਪਾਪੀ ਨਰ ਹਾਰਦਾ। ਉਹਨਾਂ ਨੂੰ ਨਿਸ਼ਚਾ ਹੈ ਕਿ ਅਕਾਲ ਪੁਰਖ ਜੋ ਸਾਹਿਬ ਮਾਲਕ ਹੈ ਉਹ ਸੱਚ ਸਰੂਪ ਹੈ, ਸੱਚਾ ਹੈ। ਉਸ ਦਾ ਨਿਆਂ ਵੀ ਸੱਚ ਹੀ ਹੈ, ਝੂਠਾ ਨਿਆਂ ਨਹੀਂ ਕਰਦਾ, ਪੂਰਾ ਨਿਆਂ ਕਰੇ ਕਰਤਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਂ। ਪਾਪੀ ਨਰ ਹਾਰਦਾ, ਉਸ ਦੇ ਦਰ 'ਤੇ ਜਿਹੜਾ ਪਾਪੀ ਜੀਵ ਹੈ, ਪਾਪੀ ਮਨੁੱਖ ਹੈ, ਉਹੀ ਹਾਰਦਾ ਹੈ। ਉਹ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਸਾਲਾਹੇ ਹੋ ਭਗਤ ਹੋ, ਕਰ ਜੋੜ ਹਰ ਭਗਤ ਜਨ ਤਾਰਦਾ। ਹੇ ਵਾਹਿਗੁਰੂ ਦੇ ਭਗਤ ਖਵਾਉਣ ਵਾਲਿਓ, ਜਾਂ ਭਗਤੀ ਦੇ ਮਾਰਗ 'ਤੇ ਚੱਲਣ ਵਾਲਿਓ, ਸਦਾ ਵਾਸਤੇ ਸਲਾਹਿਓ ਪਰਮਾਤਮਾ ਨੂੰ ਹੱਥ ਜੋੜ ਕੇ। ਹੱਥ ਜੋੜ ਕੇ, ਮਨ ਬੁੱਧ ਰੂਪੀ ਹੱਥਾਂ ਨੂੰ ਜੋੜ ਕੇ ਭਾਵਨਾ ਸਹਿਤ ਉਸ ਵਾਹਿਗੁਰੂ ਦੀ ਸਲਾਹੁਤਾਈ ਕਰਦੇ ਰਹੋ। ਹਰ ਭਗਤ ਜਨ ਤਾਰਦਾ। ਹਰੀ ਪਰਮਾਤਮਾ ਆਪਣੇ ਭਗਤਾਂ ਸੇਵਕਾਂ ਨੂੰ ਤਾਰਦਾ ਹੀ ਆਇਆ, ਮੁੱਢ ਤੋਂ ਲੈ ਕੇ। ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਲੈ ਕੇ ਉਹ ਪ੍ਰੇਮੀਆਂ ਭਗਤਾਂ ਨੂੰ ਤਾਰਦਾ ਹੈ। ਉਹ ਹਮੇਸ਼ਾ ਤਾਰਦਾ ਹੈ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅਗਲਾ ਸ਼ਲੋਕ ਉਚਾਰਦੇ ਹਨ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾਂ ਔਰ ਧਾਰ। ਮੇਰੇ ਮਨ ਅੰਦਰ ਇਹ ਤਮੰਨਾ ਹੈ, ਇੱਛਾ ਹੈ, ਜਗਿਆਸਾ ਹੈ ਕਿ ਮੈਂ ਆਪਣੇ ਪ੍ਰੀਤਮ ਭਗਤਾਂ ਦੇ ਪ੍ਰੀਤ ਕਰਨ ਯੋਗ ਪ੍ਰੀਤਮ, ਜਿਹਦੇ ਨਾਲ ਪਿਆਰ ਪਾ ਲਈਏ, ਉਸ ਪ੍ਰੀਤਮ ਦੇ ਨਾਲ ਤਾਂ ਹੀ ਮੈਂ ਮਿਲਿਆ ਰਹਾਂ, ਅਤੇ ਆਪਣੇ ਧੁਰ ਹਿਰਦੇ ਅੰਦਰ ਉਸ ਨੂੰ ਧਾਰਨ ਕਰਕੇ ਰੱਖਾਂ। ਭਾਵ ਵਾਹਿਗੁਰੂ ਦੇ ਪ੍ਰੇਮ ਨੂੰ ਹਿਰਦੇ 'ਚੋਂ ਨਿਕਲ ਨਾ ਦੇਵਾਂ, ਵਾਹਿਗੁਰੂ ਦੀ ਯਾਦ ਨੂੰ ਆਪਣੇ ਹਿਰਦੇ 'ਚੋਂ ਦੂਰ ਨਾ ਹੋਣ ਦਿਆਂ। ਸਾਲਾਹੀ ਸੋ ਪ੍ਰਭ ਸਦਾ ਸਦਾ, ਗੁਰ ਕੈ ਹੇਤ ਪਿਆਰ। ਗੁਰੂ ਦੇ ਨਾਲ ਹਿੱਤ ਪਾ ਕੇ, ਗੁਰੂ ਦੇ ਪਿਆਰ ਵਿੱਚ ਰਹਿ ਕੇ ਮੈਂ ਉਸ ਪ੍ਰਭੂ ਪਰਮਾਤਮਾ ਨੂੰ ਸਦਾ ਸਦਾ ਵਾਸਤੇ ਸਲਾਹੁੰਦਾ ਰਹਾਂ, ਕਿਉਂਕਿ ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਨ ਕੀਤੀ ਤਿਸ ਪਾਰ ਲੰਘਾਈ। ਸੋ ਇਸ ਪ੍ਰਕਾਰ ਸਲਾਹੁਣ ਯੋਗ ਤਾਂ ਵਾਹਿਗੁਰੂ ਹੀ ਹੈ, ਅਤੇ ਇਸ ਕਰਕੇ ਫਿਰ ਉਹਨੂੰ ਹੀ ਸਲਾਹੁੰਦੇ ਰਹੀਏ ਸਦਾ ਵਾਸਤੇ, ਅਤੇ ਗੁਰੂ ਮਹਾਰਾਜ ਦੇ ਹਿੱਤ ਵਿੱਚ ਪਿਆਰ ਵਿੱਚ ਰਹੀਏ।
ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਸ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਵਾਹਿਗੁਰੂ, ਉਸ ਜੀਵ ਰੂਪ ਇਸਤਰੀ ਨੂੰ ਮੇਲ ਲੈਂਦਾ ਹੈ, ਆਪਣੇ 'ਚ ਭੇਦ ਕਰ ਲੈਂਦਾ ਹੈ। ਸਾਈ ਉਹੀ ਨਾਰ ਇਸਤਰੀ ਭਾਵ ਸੰਤਜਨ ਸੁਹਾਗਵੰਤੀਆਂ ਦੀ ਨਿਆਈ ਹਨ। ਉਹ ਨਾਰ ਇਸਤਰੀ ਜੀਵ ਰੂਪ ਇਸਤਰੀ ਸੁਹਾਗਣ ਹੈ, ਕਿਉਂਕਿ ਨਾਨਕ ਕਾਵਣ ਸਦਾ ਸੁਹਾਗਣ, ਨਾ ਫਿਰ ਮਰਿਆ ਨਾ ਜਾਏ। ਉਹ ਵਰ ਐਸਾ ਹੈ ਕਿ ਨਾ ਉਹ ਮਰਦਾ, ਨਾ ਕਿਤੇ ਜੰਮਦਾ, ਨਾ ਕਿਤੇ ਜਾਂਦਾ ਹੈ। ਅਤੇ ਜਿਸ ਦਾ ਪਤੀ ਐਸਾ ਹੋਵੇ ਉਹ ਸਦਾ ਦੀ ਸੁਹਾਗਣ ਹੈ। ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲਾ ਸ਼ਲੋਕ ਉਚਾਰਦੇ ਹਨ। ਗੁਰ ਸੇਵਾ ਤੇ ਹਰ ਪਾਈਐ, ਜਾ ਕੋ ਨਦਰ ਕਰੇ। ਹਜ਼ੂਰ ਫਰਮਾਉਂਦੇ ਨੇ ਕਿ ਜਿਸ ਜੀਵ ਦੇ ਉੱਪਰ ਪਰਮਾਤਮਾ ਉਹਦੇ ਪਿਛਲੇ ਜਨਮਾਂ ਦੇ ਚੰਗੇ ਕਰਮਾਂ ਕਰਕੇ ਮਸਤਕ ਦੇ ਭਾਗ ਲਿਖੇ ਹੋਣ, ਅਤੇ ਇਸ ਕਰਕੇ ਵਾਹਿਗੁਰੂ ਜਿਸ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹਨੂੰ ਗੁਰੂ ਦੀ ਸੇਵਾ ਬਖਸ਼ਦਾ ਹੈ, ਅਤੇ ਗੁਰਾਂ ਦੀ ਸੇਵਾ ਰਾਹੀਂ ਫਿਰ ਉਸ ਹਰੀ ਪਰਮਾਤਮਾ ਦਾ ਗਿਆਨ ਪ੍ਰਾਪਤ ਕਰ ਲਈਦਾ। ਅਣਡਿੱਠਾ ਪ੍ਰੀਤਮ, ਜਿਸ ਦਾ ਸਾਨੂੰ ਗਿਆਨ ਨਹੀਂ, ਉਸੇ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਗੁਰੂ ਮਹਾਰਾਜ ਨਾਲ ਮਿਲਾਪ ਹੁੰਦਾ, ਅਤੇ ਗੁਰਾਂ ਦੀ ਸੇਵਾ ਕਰਕੇ ਫਿਰ ਉਸੇ ਹਰੀ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਮਾਨਸ ਤੇ ਦੇਵਤੇ ਭਏ, ਧਿਆਇਆ ਨਾਮ ਹਰੇ। ਤਾਂ ਹੀ ਕਿਹਾ ਗਿਆ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਪਸ਼ੂ ਪ੍ਰੇਤੋਂ ਦੇਵ ਕਰ ਪੂਰੇ, ਸਤਿਗੁਰ ਕੀ ਵਡਿਆਈ। ਅਸੀਂ ਮਾਨਸ ਹਾਂ, ਅਗਰ ਸਾਨੂੰ ਬੁਰੀ ਸੰਗਤ ਮਿਲ ਜੇ, ਸਾਡੇ ਕਰਮ ਬੁਰੇ ਹੋ ਜਾਣ, ਅਤੇ ਹੋ ਸਕਦਾ ਅਸੀਂ ਇਨਸਾਨ ਤੋਂ ਗਿਰ ਕੇ ਸ਼ੈਤਾਨ ਬਣ ਜਾਈਏ ਜਾਂ ਹੈਵਾਨ ਬਣ ਜਾਈਏ। ਹੇਠਾਂ ਨੂੰ ਡਿੱਗਾਂਗੇ ਅਤੇ ਇਹ ਦੋ ਦਰਜੇ ਨੇ, ਸ਼ੈਤਾਨ ਜਾਂ ਹੈਵਾਨ ਬਣ ਜਾਵਾਂਗੇ। ਸ਼ੈਤਾਨੀਆਂ ਕਰਨ ਵਾਲਾ ਦਿਮਾਗ, ਬੁੱਧੀ, ਅਕਲ ਸਭ ਕੁਛ ਹੈ, ਪਰ ਉਹਨਾਂ ਦੀ ਵਰਤੋਂ ਗਲਤ ਕਰ ਰਿਹਾ, ਮਾੜੇ ਕਰਮ ਕਰ ਰਿਹਾ। ਅਤੇ ਹੈਵਾਨ ਹੁੰਦਾ ਪਸ਼ੂ, ਪਸ਼ੂ ਤੋਂ ਮਤਲਬ ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਮਾ ਤਾਂ ਇਨਸਾਨ ਵਾਲਾ, ਪਰ ਕੰਮ ਸਾਰੇ ਪਸ਼ੂਆਂ ਵਾਲੇ, ਬੇਸਮਝਾਂ ਵਾਲੇ, ਅਗਿਆਨੀਆਂ ਵਾਲੇ। ਜਿਵੇਂ ਪਸ਼ੂ ਹੁੰਦਾ ਬੇਸਮਝ ਅਗਿਆਨ, ਇਸ ਪ੍ਰਕਾਰ ਜੇ ਮਨੁੱਖਾਂ ਸਰੀਰ ਮਨੁੱਖਾਂ ਵਾਲਾ ਅਤੇ ਸ਼ੁਭ ਕਰਮ ਹੋਣੇ, ਚੰਗੀਆਂ ਕਰਤੂਤਾਂ ਹੋਣੀਆਂ, ਮਾਨਸ ਹੈ। ਅਤੇ ਜੇ ਇਸ ਮਾਨਸ ਨੂੰ ਗੁਰੂ ਮਹਾਰਾਜ ਦਾ ਮਿਲਾਪ ਹੋ ਕੇ ਨਾਮ ਦੀ ਦਾਤ ਮਿਲ ਜੇ, ਨਾਮ ਨਾਲ ਮਨ ਗਿੱਝ ਜਾਏ, ਜੁੜ ਜਾਏ, ਪੁਨ੍ਹਾ ਅਭਿਆਸ ਕਰਦਿਆਂ ਹੋਇਆਂ ਮਨ ਨੂੰ ਘਾਸੀ ਪੈ ਜਾਏ, ਅਤੇ ਇਹ ਛੱਡ ਦੇ ਹੋਰ ਕਦੂਰਤਾਂ ਅਤੇ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਏ, ਹੰਕਾਰ ਆਦਿਕ ਛੱਡ ਦੇ, ਫਿਰ ਤਰੱਕੀ ਕਰਕੇ ਪਰਮਾਰਥ ਦੇ ਰਾਹ 'ਤੇ ਚੱਲ ਕੇ ਰੂਹਾਨੀਅਤ ਦੀ ਮੰਜ਼ਿਲ ਨੂੰ ਗ੍ਰਹਿਣ ਕਰਕੇ ਭਗਵਾਨ ਸਰੂਪ ਬਣ ਜਾਂਦਾ। ਇਹ ਮਨ ਹੀ ਹੈ, ਜੇ ਸੁਧਰ ਗਿਆ ਤਾਂ ਫਿਰ ਭਗਵਾਨ ਰੂਪ। ਸੋ ਹਜ਼ੂਰ ਨੇ ਕਿਹਾ ਹੈ, ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਾਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਮਾਨਸ ਤੇ ਦੇਵਤੇ ਭਏ, ਧਿਆਇਆ ਨਾਮ ਹਰੇ। ਜੇ ਮਨੁੱਖ ਬਣੇ ਰਹੇ, ਚੰਗੀ ਕਰਤੂਤ ਕੀਤੀ ਬੰਦਿਆਂ ਵਾਲੀ, ਅਤੇ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ, ਅਤੇ ਮਨੁੱਖ ਤੋਂ ਬਣ ਗਏ ਦੇਵਤੇ। ਦੇਵਤੇ ਪ੍ਰਕਾਸ਼ ਰੂਪ ਦਾ ਨਾਮ ਹੈ, ਚਾਨਣ ਹੀ ਚਾਨਣ, ਗਿਆਨ ਦਾ ਪ੍ਰਕਾਸ਼ ਹੀ ਪ੍ਰਕਾਸ਼। ਜਿਨ੍ਹਾਂ ਨੇ ਧਿਆਇਆ ਨਾਮ ਹਰੇ, ਹਰੀ ਪਰਮਾਤਮਾ ਦਾ ਨਾਮ ਧਿਆਇਆ ਸਤਿਗੁਰੂ ਦੇ ਕੋਲੋਂ ਪ੍ਰਾਪਤ ਕਰਕੇ, ਅਤੇ ਉਹ ਮਨੁੱਖ ਤੋਂ ਦੇਵਤੇ ਬਣ ਗਏ। ਦੁਨੀਆ ਵੀ ਕਹਿੰਦੀ ਹੈ ਭਾਈ ਇਹ ਬੰਦਾ ਨਹੀਂ ਤਾਂ ਦੇਵਤਾ ਹੈ ਕੋਈ। ਸਾਧ ਕਰਮ ਜੋ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਨਰਕ ਕੁਰਤ ਜੇ ਜਗ ਮੈਂ ਕਰਹੀ, ਨਾਮ ਅਸੁਰ ਤਾਂ ਕੋ ਜਗ ਧਰਹੀ। ਉਹਨੂੰ ਕਹਿੰਦੇ ਤਾਂ ਰਾਖਸ਼ ਹੈ, ਭੈੜੇ ਕਰਮ ਕਰਦਾ। ਹਉਮੈ ਮਾਰ ਮਿਲਾਇਨ, ਗੁਰ ਕੈ ਸ਼ਬਦ ਤਰੇ। ਹਜ਼ੂਰ ਕਹਿੰਦੇ ਜੋ ਗੁਰੂ ਦੇ ਸ਼ਬਦ ਨਾਲ ਜੁੜੇ ਉਹ ਤਰ ਗਏ, ਕਿਉਂਕਿ ਉਹਨਾਂ ਦੇ ਅੰਦਰੋਂ ਸ਼ਬਦ ਨੇ ਹਉਮੈ ਮਾਰ ਦਿੱਤੀ। ਇਸ ਤਰ੍ਹਾਂ ਗੁਰੂ ਦੇ ਸ਼ਬਦ ਨਾਲ ਜੋੜ ਕੇ ਉਹਨਾਂ ਦੀ ਹਉਮੈ ਮਾਰ ਕੇ ਵਾਹਿਗੁਰੂ ਨੇ ਆਪਣੇ ਨਾਲ ਉਹ ਮਿਲਾ ਲਏ ਹੋਏ ਨੇ। ਇਸ ਕਰਕੇ ਉਹ ਤਾਂ ਭਾਈ ਸੰਸਾਰ ਤੋਂ ਤਰੇ ਹੋਏ ਨੇ। ਨਾਨਕ ਸਹਿਜ ਸਮਾਇਨ, ਹਰਿ ਆਪਣੀ ਕਿਰਪਾ ਕਰੇ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਹਰੀ ਪਰਮਾਤਮਾ ਆਪਣੀ ਕਿਰਪਾ ਜਿਨ੍ਹਾਂ 'ਤੇ ਕਰ ਦਿੰਦਾ, ਉਹ ਫਿਰ ਸਹਿਜ ਦੁਆਰਾ, ਸਹਿਜ ਮਾਨਸਿਕ ਅਡੋਲਤਾ ਵਾਲੀ ਅਵਸਥਾ 'ਚ ਗਿਆਨ ਦੇ ਵਿੱਚ ਪਹੁੰਚ ਕੇ ਸਮਾ ਜਾਂਦੇ ਹਨ, ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ। ਆਤਮ ਗਿਆਨ ਦਾ ਜੋ ਸਹਿਜ ਹੈ, ਅਡੋਲਤਾ ਹੈ, ਉਹਦੇ ਵਿੱਚ ਹੀ ਸਮਾਏ ਰਹਿੰਦੇ ਨੇ।
ਪੌੜੀ ਸ੍ਰੀ ਗੁਰੂ ਰਾਮਦਾਸ ਦਾਤਾ ਜੀ ਬਚਨ ਫਰਮਾ ਰਹੇ ਨੇ, ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਅਨ। ਹਰੀ ਪ੍ਰਮਾਤਮਾ ਨੇ ਜਿਨ੍ਹਾਂ ਭਗਤਾਂ ਤੋਂ ਆਪਣੀ ਭਗਤੀ ਕਰਾਈ ਹੈ, ਨਾਮ ਦੁਆਰਾ ਮਨ ਸ਼ੁੱਧ ਹੁੰਦਾ ਅਤੇ ਫਿਰ ਜਿਹੜੀਆਂ ਬਰਕਤਾਂ ਆਉਂਦੀਆਂ ਨੇ, ਇਸ ਤਰ੍ਹਾਂ ਹਰੀ ਨੇ ਆਪਣੀ ਭਗਤੀ ਕਰਵਾ ਕੇ ਅਤੇ ਆਪਣੀ ਵਡਿਆਈ ਉਹਨਾਂ ਨੂੰ ਵਿਖਾਲਦਾ ਹੈ, ਦਿਖਾਈ ਹੈ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕ ਹਾਲੀਅਨ। ਭਗਤ ਸੇਵਕ ਦੇ ਹਿਰਦੇ 'ਚ ਬੈਠ ਕੇ ਮਨ ਨੂੰ ਆਪਣੀ ਪ੍ਰਤੀਤੀ ਆਪ ਹੀ ਕਰਨ ਵਾਲਾ, ਜਾਂ ਭਾਵ ਆਪਣੀ ਪ੍ਰਤੀਤੀ ਨਿਸ਼ਚਾ ਭਰੋਸਾ ਬਖਸ਼ਣ ਵਾਲਾ, ਆਪੇ ਸੇਵਕ ਹਾਲੀਅਨ। ਸੇਵਕ ਰੂਪ ਵਿੱਚ ਆਪ ਹੀ ਸੇਵਾ ਦੀ ਘਾਲ ਕਮਾਈ ਕਰਨ ਵਾਲਾ, ਆਪਣੀ ਭਗਤੀ ਦੀ ਘਾਲਣਾ ਘਾਲਣ ਵਾਲਾ ਵੀ ਆਪ ਹੀ ਹੈ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੀਅਨ। ਹਰੀ ਪ੍ਰਮਾਤਮਾ ਆਪਣੇ ਭਗਤਾਂ ਨੂੰ ਇੱਕ ਵਿਸ਼ੇਸ਼ ਦਾਤ ਬਖਸ਼ਦਾ ਹੈ, ਖਜ਼ਾਨਾ ਬਖਸ਼ਦਾ, ਉਹ ਕੀ ਹੈ? ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਮ ਤੌਰ 'ਤੇ ਅਸੀਂ ਸੰਸਾਰੀ ਕੋਈ ਸਵਾਦਲੀ ਚੀਜ਼ ਖਾ ਲਈਏ, ਭੋਜਨ ਪਸੰਦ ਆ ਜਾਏ ਸਾਨੂੰ, ਚੰਗਾ ਰਸਦਾਇਕ, ਅਤੇ ਅਸੀਂ ਖਾ ਕੇ ਕਹਿੰਦੇ ਵੀ ਬੜਾ ਆਨੰਦ ਆਇਆ। ਪਰ ਇਹ ਨਹੀਂ ਵਿਚਾਰਦੇ ਵੀ ਉਹ ਜਦੋਂ ਤੱਕ ਰਸਨਾ ਨਾਲ ਉਹਦਾ ਸੰਬੰਧ ਬਣਿਆ ਹੋਇਆ ਸੀ, ਸਵਾਦ ਆ ਰਿਹਾ ਸੀ, ਜਦੋਂ ਉਹ ਖਾਧਾ ਗਿਆ ਅੰਦਰ ਸਰੀਰ ਦੇ ਚਲਾ ਗਿਆ ਅਤੇ ਰਸ 'ਤੇ ਖਤਮ ਹੋ ਗਿਆ, ਬਹੁਤਾ ਚਿਰ ਨਹੀਂ ਰਿਹਾ। ਔਰ ਇਸੇ ਤਰ੍ਹਾਂ ਵਿਕਾਰਾਂ ਦਾ, ਭੋਗਾਂ ਦਾ, ਵਿਕਾਰਾਂ ਦਾ ਜਿਹੜਾ ਆਨੰਦ ਮਨੁੱਖੀ ਮਨ ਨੇ ਕਲਪਿਆ, ਇਹ ਅਵਸਥਾ ਨੀਵੀਂ ਹੋਣ ਕਰਕੇ ਸਾਨੂੰ ਇਹੋ ਹੀ ਆਨੰਦ ਪ੍ਰਤੀਤ ਹੁੰਦਾ। ਪਰ ਇਹ ਇੱਕ ਪਾਣੀ ਦੀ ਬੂੰਦ ਆ, ਜਿਵੇਂ ਇੰਨਾ ਕੀ ਆ, ਔਰ ਬ੍ਰਹਮਾਨੰਦ ਸਮੁੰਦਰ ਵਰਗਾ। ਵਿਖਿਆ ਆਨੰਦ ਸੰਸਾਰ ਹੈ। ਸੰਸਾਰੀ ਜੀਆਂ ਨੂੰ ਵਿਸ਼ਿਆਂ ਦਾ ਜਿਹੜਾ ਰਸ ਹੈ, ਇਹ ਆਨੰਦ ਆ, ਇਹ ਆਨੰਦ ਸਮਝ ਲਿਆ ਉਹਨਾਂ ਨੇ। ਭਜਨਾਨੰਦ ਹਰਦਾਸ, ਇਹ ਹਰੀ ਦੇ ਦਾਸ ਭਗਤਾਂ ਨੂੰ ਭਜਨ ਵਿੱਚੋਂ ਆਨੰਦ ਆਉਂਦਾ, ਤਾਂ ਕਰਕੇ ਜੁੜੇ ਰਹਿੰਦੇ ਨੇ। ਹੋਰ ਗੱਲਾਂ ਵਿੱਚ ਬਾਤਾਂ 'ਚ ਉਹਨਾਂ ਨੂੰ ਆਨੰਦ ਨਹੀਂ ਆਉਂਦਾ, ਸੰਸਾਰ ਵਿੱਚ ਆਨੰਦ ਨਹੀਂ, ਉਹਨਾਂ ਨੂੰ ਭਜਨ 'ਚ ਆਨੰਦ ਆ। ਜਿਵੇਂ ਪਾਣੀ ਦਾ ਕਟੋਰਾ ਹੁੰਦਾ ਅਤੇ ਉਹ ਝੱਟ ਫੜ ਕੇ ਪੀ ਤਾਂ ਲਈਦਾ, ਪਰ ਝੱਟ ਗਰਮੀ ਨਾਲ ਤੱਤਾ, ਠੰਡ 'ਚ ਠੰਡਾ, ਮਾੜਾ ਜਿਹਾ ਠੋਲਾ ਵਾਜੇ ਅਤੇ ਰੁੜ ਜਾਂਦਾ, ਬਰਬਾਦ ਹੋ ਜਾਂਦਾ। ਇਉਂ ਵਿਸ਼ਿਆਂ ਦਾ ਆਨੰਦ ਖਿਨ ਭੰਗਰ ਹੈ। ਅਤੇ ਜਿਹੜਾ ਭਜਨ ਦਾ ਆਨੰਦ ਆ, ਨਦੀ ਦੇ ਪ੍ਰਵਾਹ ਵਰਗਾ। ਪਿੱਛੋਂ ਪਾਣੀ ਪਹਾੜਾਂ 'ਚੋਂ ਆ ਰਿਹਾ ਅਤੇ ਨਦੀ ਵਗ ਰਹੀ, ਜੇ ਪਿੱਛੋਂ ਰੁਕ ਜਾਏ ਤਾਂ ਨਦੀ ਸੁੱਕ ਜਾਂਦੀ। ਜੇ ਤਾਂ ਭਜਨ ਸਤਸੰਗ ਵਿੱਚ ਲੱਗੇ ਰਹਿਣ ਤਾਂ ਆਨੰਦ ਰਹੇਗਾ, ਜੇ ਕੁਸੰਗਤ ਵਿੱਚ ਚਲੇ ਜਾਣ ਤਾਂ ਨਹੀਂ ਰਹਿੰਦਾ, ਉਹ ਅਜੇ ਕੱਚੀ ਅਵਸਥਾ ਹੁੰਦੀ ਹੈ। ਉਹ ਨਦੀ ਦੇ ਪ੍ਰਵਾਹ ਵਰਗਾ। ਅਤੇ ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ। ਜਦੋਂ ਭਜਨ ਕਰਦਿਆਂ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਏ, ਫਿਰ ਬ੍ਰਹਮ ਦੀ ਪ੍ਰਾਪਤੀ ਦਾ ਬ੍ਰਹਮਾਨੰਦ ਉਹ ਸਮੁੰਦਰ ਵਰਗਾ ਹੈ, ਨਾ ਤੱਤਾ, ਨਾ ਠੰਡਾ, ਨਾ ਡੁੱਲਦਾ, ਨਾ ਸੁੱਕਦਾ। ਇਸ ਪ੍ਰਕਾਰ ਹਮੇਸ਼ਾ ਵਾਸਤੇ ਰਹਿੰਦਾ। ਹਰ ਭਗਤਾਂ ਨੂੰ ਦੇ ਆਨੰਦ, ਉਹ ਬ੍ਰਹਮਾਨੰਦ ਬਖਸ਼ ਦਿੰਦਾ ਵਾਹਿਗੁਰੂ। ਥਿਰ ਘਰੀ ਬਹਾਲਿਅਨ, ਫਿਰ ਉਹਨਾਂ ਨੂੰ ਆਪਣੇ ਘਰ ਹਿਰਦੇ ਸਰੂਪ ਦੇ ਅੰਦਰ ਥਿਰ ਕਰਕੇ ਟਿਕਾ ਕੇ ਬਹਾਲ ਦਿੰਦਾ, ਬਿਠਾ ਦਿੰਦਾ। ਉਹ ਅੰਤਰਾਤਮੇ ਹੀ ਆਨੰਦ ਵਿੱਚ ਜੁੜੇ ਹੋਏ ਨੇ, ਜਿਸ ਅਵਸਥਾ ਨੂੰ ਰਵਿਦਾਸ ਜੀ ਨੇ ਕਿਹਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹੋ ਨਾ ਦੁੱਖ ਨਾ ਅੰਦੇਸ਼ਾ, ਨਾ ਦੁਖ ਅੰਦੋਹੋ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਨਾ ਕੋਈ ਘਬਰਾਹਟ, ਨਾ ਚਿੰਤਾ, ਨਾ ਟੈਕਸ ਲੱਗਣ ਦਾ ਡਰ, ਐਸੋ ਜਾਂ ਮਾਲ ਮਤਾ ਅੰਦਰ, ਖੌਫ ਨਾ ਖਤਾ, ਨਾ ਖਤਾ ਗੁਨਾਹ ਹੋਣ ਦਾ ਕੋਈ ਡਰ, ਨਾ ਤਰਸ ਜਵਾਲ। ਸੋ ਇਸ ਪ੍ਰਕਾਰ ਕੋਈ ਤਰਸ ਦੇ ਪਾਤਰ ਨਹੀਂ ਬਣਨਾ ਪੈਂਦਾ। ਇਸ ਤਰ੍ਹਾਂ ਦੀ ਮਹਾਨ ਉੱਚੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ। ਪਾਪੀਆਂ ਨੂੰ ਨਾ ਦੇ ਥਿਰ ਰਹਿਣ, ਪਰ ਜਿਹੜੇ ਪਾਪ ਕਰਮ ਕਰਨ ਵਾਲੇ, ਵਾਹਿਗੁਰੂ ਤੋਂ ਬੇਮੁਖ ਹੋਣਾ ਵੱਡਾ ਪਾਪ ਹੈ, ਅਕਿਰਤ ਘਣਤਾ ਵੱਡਾ ਪਾਪ ਹੈ। ਜੋ ਵਾਹਿਗੁਰੂ ਦੇ ਉਪਕਾਰਾਂ ਨੂੰ ਚੇਤੇ ਨਾ ਰੱਖੀਏ ਅਤੇ ਜਸ ਨਾ ਗਾਈਏ ਵਾਹਿਗੁਰੂ ਦਾ, ਅਤੇ ਇਸ ਤੋਂ ਅੱਗੇ ਹੋਰ ਅਨੇਕਾਂ ਪਾਪ ਨੇ। ਜਿਹੜੇ ਪਾਪੀ ਜੀਵ, ਉਹਨਾਂ ਨੂੰ ਪਰਮਾਤਮਾ ਥਿਰ ਨਹੀਂ ਰਹਿਣ ਦਿੰਦਾ, ਟਿਕੇ ਨਹੀਂ ਰਹਿਣ ਦਿੰਦਾ, ਉਹਨਾਂ ਅੰਦਰ ਟਿਕਾ ਕੋਈ ਨਹੀਂ ਹੈ। ਪਾਪ ਹਮੇਸ਼ਾ ਦੁੱਖ ਦਿੰਦਾ ਹੈ। ਪਾਪ ਕਰਕੇ ਲੋਕ ਸਮਝਦੇ ਨੇ ਬੜਾ ਕੁਛ ਅਸੀਂ ਇਕੱਠਾ ਕਰ ਲਿਆ, ਪਰ ਇਹ ਅੰਦਰ ਦੀ ਸ਼ਾਂਤੀ ਨਹੀਂ ਰਹਿਣ ਦਿੰਦਾ। ਟਿਕਾ ਵਾਲੀ ਅਵਸਥਾ ਨਹੀਂ ਹੁੰਦੀ ਪਾਪੀ ਦੀ। ਚੁਣ ਨਰਕ ਘੋਰ ਚਾਲਿਅਨ, ਅਤੇ ਫਿਰ ਮਰਨ ਤੋਂ ਬਾਅਦ ਚੁਣ ਕੇ ਪ੍ਰਮਾਤਮਾ ਨਾਲ ਪਾਪੀਆਂ ਨੂੰ ਘੋਰ ਭਿਆਨਕ ਜਿਹੜੇ ਕੁੰਭੀ ਨਰਕ ਆਦਿਕ ਹਨ, ਉਹਨਾਂ 'ਚ ਚਾਲਿਅਨ ਤੋਰ ਦਿੰਦਾ।
18 ਪ੍ਰਕਾਰ ਦੇ ਨਰਕ ਗ੍ਰੰਥਾਂ 'ਚ ਲਿਖੇ ਨੇ। ਸਭ ਤੋਂ ਵੱਡਾ ਨਰਕ ਭੈੜਾ ਨਰਕ ਕੁੰਭੀ ਨਰਕਾ ਕਹਿੰਦੇ। ਪਿੱਛੋਂ ਥੱਲਿਓਂ ਘੜੇ ਵਰਗਾ ਤੇ ਉੱਪਰੋਂ ਘੜੇ ਜਿੰਨਾ ਮੂੰਹ, ਬਾਹਰ ਨਿਕਲਣ ਦਾ ਕੋਈ ਚਾਰਾ ਹੀ ਨਹੀਂ। ਇਸ ਤਰ੍ਹਾਂ ਸੁੱਟੇ ਜਾਂਦੇ ਜੀਵ, ਦੁੱਖ ਦਿੱਤਾ ਜਾਂਦਾ ਅਨੇਕਾਂ ਸਮਿਆਂ ਤੱਕ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ। ਹਰੀ ਪ੍ਰਮਾਤਮਾ ਭਗਤਾਂ ਦੇ ਤਾਈਂ ਆਪਣਾ ਪਿਆਰ ਬਖਸ਼ਦਾ ਹੈ। ਆਪ ਵੀ ਪਿਆਰ ਸਰੂਪ ਹੈ ਅਤੇ ਉਹ ਇਹੀ ਚਾਹੁੰਦਾ ਕਿ ਜੀਵ ਨਿਰਵਿਕਾਰ ਹੋ ਜਾਏ, ਔਗੁਣਾ ਪਾਪਾਂ ਵਿਕਾਰਾਂ ਤੋਂ ਰਹਿਤ ਹੋਵੇ, ਸਾਫ ਸੁਥਰਾ ਹੋਵੇ, ਹੰਕਾਰ ਤੋਂ ਰਹਿਤ ਹੋਵੇ, ਪਿਆਰ ਦਾ ਰੂਪ ਬਣ ਜਾਏ। ਅਤੇ ਬਸ ਇਹ ਜਦੋਂ ਦਾਤ ਪ੍ਰਾਪਤ ਹੋ ਜਾਏ, ਆਪਣਾ ਪਿਆਰ ਬਖਸ਼ ਦਿੰਦਾ ਵਾਹਿਗੁਰੂ। ਅਤੇ ਕਰ ਅੰਗ ਨਿਸਤਾਰਨ। ਅੰਗ ਦਾ ਅਰਥ ਹੈ ਪੱਖ ਕਰਕੇ, ਆਪਣੀ ਬਖਸ਼ਿਸ਼ ਕਰਦਾ, ਕਿਉਂਕਿ ਉਹ ਸ਼ੁੱਧ ਜੋ ਹੋ ਗਏ ਸਾਫ ਸੁਥਰੇ, ਅਤੇ ਫਿਰ ਉਹਨਾਂ ਦਾ ਪੱਖ ਤਾਂ ਵਾਹਿਗੁਰੂ ਨੇ ਕਰਨਾ ਹੀ ਹੈ। ਇਹੋ ਜਿਹੇ ਜੀਵ ਨੂੰ ਪਸੰਦ ਨੇ। ਉਹਨਾਂ ਨੂੰ ਆਪਣਾ ਅੰਗ ਦੇ ਕੇ, ਪੱਖ ਦੇ ਕੇ ਨਿਸਤਾਰਨ, ਨਿਸਪ੍ਰਪੰਚ ਸੰਸਾਰ ਤੋਂ ਤਾਰ ਦਿੱਤੇ ਹਨ। ਸ਼ਲੋਕ ਮਹੱਲਾ ਪਹਿਲਾ। ਇਹ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਦਾਤਾ ਜੀ ਬਚਨ ਫਰਮਾ ਰਹੇ ਨੇ। ਕਬੁੱਧ ਡੂਮਣੀ ਕਦਾਇਆ ਕਸਾਇਣ, ਪਰ ਨਿੰਦਾ ਕੱਢ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਇਸ ਤਰ੍ਹਾਂ ਦੀ ਵੀ ਸਾਖੀ ਹੈ ਬਈ ਕਰਤਾਰਪੁਰ ਸਾਹਿਬ ਪੰਡਤ ਆਇਆ ਸੀ ਅਤੇ ਕਹਿੰਦਾ ਵੀ ਮੈਂ ਆਪਣਾ ਚੌਂਕਾ ਆਪ ਤਿਆਰ ਕਰਕੇ ਭੋਜਨ ਤਿਆਰ ਕਰਦਾ ਹਾਂ। ਸਾਫ ਸੁਥਰਾ ਥਾਂ ਚਾਹੀਦਾ, ਮੈਨੂੰ ਲੱਕੜੀਆਂ ਚਾਹੀਦੀਆਂ ਨੇ, ਹੋਰ ਰਸਦਾਂ ਦੇ ਦਿਓ, ਮੈਂ ਆਪਣਾ ਭੋਜਨ ਆਪ ਹੀ ਤਿਆਰ ਕਰਨਾ। ਹਜ਼ੂਰ ਨੇ ਬਥੇਰਾ ਸਮਝਾਇਆ ਭਈ ਪ੍ਰਮਾਤਮਾ ਵੱਲੋਂ ਜਿਹੜੇ ਮਿਲੇ ਹੋਏ ਪਦਾਰਥ ਨੇ ਸਭ ਪਵਿੱਤਰ, ਸਫਾਈ ਨਾਲ ਹੀ ਸਾਰਾ ਭੋਜਨ ਤਿਆਰ ਹੁੰਦਾ। ਬੈਠ ਕੇ ਸੰਗਤ ਵਿੱਚ ਛਕੋ, ਪੰਗਤ ਵਿੱਚ ਬੈਠ ਕੇ ਛਕੋ। ਪਰ ਉਹ ਕਹਿਣ ਲੱਗਾ ਨਹੀਂ ਜੀ, ਮੈਂ ਆਪਣਾ ਨਿਯਮ ਨਹੀਂ ਛੱਡਣਾ। ਫਿਰ ਉਹ ਜਿੱਥੇ ਜਾ ਕੇ ਧਰਤੀ ਪੁੱਟਦਾ ਸੀ, ਥੱਲਿਓਂ ਹੱਡੀਆਂ ਨਿਕਲਦੀਆਂ ਸੀ। ਫਿਰ ਆਖਰ ਹਾਰ ਮੰਨ ਕੇ ਆ ਗਿਆ। ਇਹ ਖੇਡ ਵਰਤਾਈ ਸਤਿਗੁਰਾਂ ਨੇ। ਤਾਂ ਗੁਰੂ ਮਹਾਰਾਜ ਸਮਝਾਉਂਦੇ ਨੇ ਸਭ ਦੇ ਤਾਂ ਸਿੱਖਿਆ ਦਿੰਦੇ ਹੋਏ ਕਿ ਕਬੁੱਧ ਡੂਮਣੀ, ਭਾਈ ਤੁਸੀਂ ਚੌਂਕਾ ਚੰਗੀ ਤਰ੍ਹਾਂ ਪੋਚਾ ਪਾਚੀ ਕਰਕੇ, ਇਸ਼ਨਾਨ ਕਰਕੇ, ਲੱਕੜਾਂ ਧੋ ਕੇ ਬਹਿ ਕੇ ਕਹਿੰਦੇ ਤਿਆਰ ਕਰਦੇ ਹਾਂ। ਪਰ ਜਿਹੜੀ ਤੁਹਾਡੇ ਮਨ ਮਸਤਕ ਦੇ ਅੰਦਰ, ਹਿਰਦੇ ਦੇ ਅੰਦਰ ਭੈੜੀਆਂ ਬਿਰਤੀਆਂ ਹਨ, ਉਹ ਤਾਂ ਸਾਰੀਆਂ ਨਾਲ ਹੀ ਨੇ ਤੁਹਾਡੇ। ਕਬੁੱਧ ਡੂਮਣੀ, ਖੋਟੀ ਬੁੱਧ, ਦੁਰਮਤ, ਭੈੜੀ ਮਤ, ਵਿਕਾਰਾਂ ਵਾਲੀ ਇਹ ਡੂਮਣੀ ਮਰਾਸਣ ਬੈਠੀ ਹੈ ਤੁਹਾਡੇ ਹਿਰਦੇ ਦੇ ਘਰ 'ਚ। ਕੁਦਇਆ ਕੁਸੈਣ, ਕੁਦਇਆ ਭਾਵ ਕਿ ਕਰੂਰਤਾ, ਕਠੋਰਤਾ। ਦਇਆ ਹੁੰਦੀ ਹੈ, ਨਰਮ ਹਿਰਦਾ ਹੁੰਦਾ, ਕਿਸੇ ਦੁਖੀ ਨੂੰ ਵੇਖ ਕੇ ਬੰਦਾ ਪਸੀਜਦਾ, ਉਹ ਨਾ ਹੋਣੀ। ਉਹਦੇ ਉਲਟ ਕਠੋਰਤਾ ਹੋਣੀ, ਕਰੂਰਤਾ ਹੋਣੀ। ਇਹ ਜਿਹੜੀ ਕਠੋਰਤਾ ਨਾ ਹਿਰਦੇ ਦੀ, ਕਿਸੇ ਨੂੰ ਦੁਖੀ ਵੇਖ ਕੇ ਪਸੀਜਣਾ ਹੀ ਨਾ। ਇਹ ਕਸੈਣ, ਕਸਾਈ ਦੀ ਘਰ ਵਾਲੀ ਕਸੈਣ ਔਰਤ ਬੈਠੀ ਹੈ ਤੁਹਾਡੇ ਅੰਦਰ। ਪਰ ਨਿੰਦਾ ਘੱਟ ਚੂਹੜੀ, ਅਤੇ ਪਰਾਈ ਨਿੰਦਾ ਹੋਰਨਾਂ ਦੀ, ਪਰ ਵਿਸ਼ੇਸ਼ ਕਰਕੇ ਹੋਰਨਾਂ ਦੀ ਨਿੰਦਾ ਕਰਨੀ। ਗੁਣ ਹੁੰਦਿਆਂ ਵੀ ਕਿਸੇ ਦੀ ਨਿੰਦਾ ਕਰੀ ਜਾਣੀ, ਆਪਣੇ ਆਪ ਨੂੰ ਸਲਾਹੁਣਾ, ਦੂਜਿਆਂ ਦੀ ਨਿੰਦਾ ਕਰਨੀ। ਇਹ ਘੱਟ ਹਿਰਦੇ ਦੇ ਅੰਦਰ ਚੂੜੀ ਬੈਠੀ ਹੈ। ਭਾਵ ਕਿ ਜਿਹੜੀਆਂ ਬਾਹਰੀ ਤੌਰ 'ਤੇ ਜਾਤੀਆਂ ਤੁਸੀਂ ਨੀਵੀਆਂ ਕਹਿੰਦੇ ਹੋ ਨਾ, ਵੀ ਇਹ ਡੂਮ ਮਰਾਸੀ ਨੀਵਾਂ ਦੀ ਘਰ ਵਾਲੀ ਡੂਮਣੀ ਇਹਦਾ ਨੇੜੇ ਆ ਜਾਏ, ਕਸਾਈ ਦੀ ਘਰ ਵਾਲੀ ਜਾਂ ਕਸਾਈ ਨਾ ਨੇੜੇ ਆ ਜਾਏ, ਚੂੜੇ ਨਾ ਨੇੜੇ ਆਉਣ, ਚੂੜੀਆਂ ਨਾ ਆਉਣ, ਇਹ ਨੀਵੀਆਂ ਜਾਤਾਂ ਹਨ। ਅਤੇ ਚੰਡਾਲ ਲੋਕ, ਚੰਡਾਲਣੀਆਂ, ਇਹ ਨਾ ਨੇੜੇ ਆ ਜਾਣ ਸਾਡੇ ਚੌਂਕੇ ਦੇ। ਮਹਾਰਾਜ ਦੱਸ ਰਹੇ ਨੇ ਪਰ ਨਿੰਦਾ ਘੱਟ ਚੂਹੜੀ। ਅਸਲ ਵਿੱਚ ਸਾਡੀ ਦ੍ਰਿਸ਼ਟੀ 'ਚ ਜਿਹੜੀ ਪਰਾਈ ਨਿੰਦਾ, ਇਹ ਚੂੜੀ ਬੈਠੀ ਹੈ ਹਿਰਦੇ ਘਰ 'ਚ। ਮੁੱਠੀ ਕ੍ਰੋਧ ਚੰਡਾਲ, ਅਤੇ ਕ੍ਰੋਧ ਵਾਲੀ ਜਿਹੜੀ ਬਿਰਤੀ ਹੈ ਨਾ, ਇਹ ਚੰਡਾਲਣੀ ਹੈ। ਚੰਡਾਲ ਦੀ ਘਰ ਵਾਲੀ ਕ੍ਰੋਧ ਬਿਰਤੀ, ਇਹ ਚੰਡਾਲਣੀ ਹੈ। ਅਤੇ ਇਸ ਨੇ ਮੁੱਠੀ ਲੁੱਟ ਲਈ ਤੁਹਾਡੀ ਸ਼ੁਭ ਗੁਣਾਂ ਦੀ ਖੇਤੀ ਸਾਰੀ, ਸ਼ੁਭ ਗੁਣਾਂ ਦਾ ਧਨ ਸਾਰਾ ਲੁੱਟ ਲਿਆ। ਕਾਰੀ ਕੱਢੀ ਕਿਆ ਥੀ ਹੈ, ਕਾਰੀ ਕੱਢੀ, ਕਾਰੀ ਲੀਕ, ਲਕੀਰਾਂ ਕੱਢੀਆਂ। ਲਕੀਰਾਂ ਕੱਢਣ ਦੇ ਨਾਲ ਕਿਆ ਥੀ ਹੈ, ਕਿਆ ਹੁੰਦਾ? ਬਾਹਰੀ ਤੌਰ 'ਤੇ ਚੌਂਕੇ ਦੁਆਲੇ ਲਕੀਰਾਂ ਕੱਢਣ ਨਾਲ ਕੀ ਮਿਲ ਜਾਏਗਾ? ਜਾਂ ਚਾਰੇ ਬੈਠੀਆਂ ਨਾਲ, ਜਾਂ ਚਾਰੇ ਇਹ ਨੀਵੀਂ ਜਾਤ ਦੀਆਂ ਜਨਾਨੀਆਂ ਨਾਲ ਤੁਹਾਡੇ ਬੈਠੀਆਂ ਹੋਈਆਂ। ਖੋਟੀ ਬੁੱਧ ਰੂਪੀ ਮਰਾਸਣ, ਕਠੋਰਤਾ ਕਸੈਣ, ਪਰਾਈ ਨਿੰਦਾ ਚੂੜੀ, ਅਤੇ ਕ੍ਰੋਧ ਬਿਰਤੀ ਚੰਡਾਲਣੀ, ਇਹ ਚਾਰ ਬੈਠੀਆਂ ਹੋਈਆਂ ਨਾਲ ਪੰਡਤ ਜੀ। ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ। ਹਜ਼ੂਰ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਸੱਚ ਦੇ ਧਾਰ ਨਹੀਂ ਹੋਣਾ, ਸੱਚ ਸਰੂਪ ਪਰਮਾਤਮਾ ਵੱਲ ਧਿਆਨ ਹੋਣਾ, ਇਹੀ ਸੰਜਮ ਹੈ।
ਕਰਨੀ ਕਾਰਾਂ, ਸ਼ੁਭ ਕਰਨੀ ਸਰੀਰਕ ਤੌਰ 'ਤੇ ਹੱਥਾਂ ਨਾਲ ਜਿਹੜੇ ਚੰਗੇ ਕਰਮ ਕਰਨੇ, ਇਹ ਕਾਰਾਂ ਲਕੀਰਾਂ ਕੱਢਣੀਆਂ ਨੇ। ਨਾਵਣ ਨਾਉ ਜਪੇ ਹੀ, ਵਾਹਿਗੁਰੂ ਜੀ ਦਾ ਨਾਮ ਜਪਣਾ ਇਹ ਹੀ ਤੀਰਥਾਂ ਦਾ ਇਸ਼ਨਾਨ ਹੈ, ਜਾਂ ਬਾਰ-ਬਾਰ ਇਸ਼ਨਾਨ ਜਿਹੜਾ ਕਰਨਾ, ਨਾਮ ਜਪਣਾ ਹੀ ਵੱਡਾ ਇਸ਼ਨਾਨ ਹੈ, ਮਨ ਦਾ ਇਸ਼ਨਾਨ। ਅਤੇ ਇੱਥੇ ਇਹ ਨਾ ਅਰਥ ਸਮਝ ਲੈਣਾ ਕਿ ਗੁਰੂ ਮਹਾਰਾਜ ਕਹਿੰਦੇ ਨੇ ਬਾਹਰੀ ਤੌਰ 'ਤੇ ਇਸ਼ਨਾਨ ਕਰਨ ਦੀ ਲੋੜ ਹੀ ਨਹੀਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਰੋਜ਼ ਸਤਿਗੁਰੂ ਮਹਾਰਾਜ ਵੀ ਇਸ਼ਨਾਨ ਕਰਦੇ, ਸਿੱਖਾਂ ਨੂੰ ਵੀ ਕਿਹਾ ਵੀ ਮੈਲੇ ਕੁਚੈਲੇ ਨਹੀਂ ਬਣ ਕੇ ਰਹਿਣਾ, ਸਫੁਰਤੀ ਚਾਹੀਦੀ ਹੈ, ਉਦਮ ਚਾਹੀਦਾ ਹੈ, ਅਤੇ ਆਲਸ ਜਿਹੜਾ ਹੈ ਇਸ ਤੋਂ ਬਚਣ ਲਈ, ਬਿਮਾਰੀਆਂ ਤੋਂ ਬਚਣ ਲਈ ਆਪਣੇ ਸਰੀਰ ਨੂੰ ਸਾਫ ਸੁਥਰਾ ਵੀ ਕਰਨਾ। ਪਰ ਕੇਵਲ ਨਹਾਉਣ ਨੂੰ ਮੁਕਤੀ ਦਾ ਸਾਧਨ ਮੰਨ ਲੈਣਾ ਇਹ ਨਹੀਂ ਠੀਕ। ਇਸ਼ਨਾਨ ਕਰਕੇ ਸਾਵਧਾਨ ਹੋ ਕੇ ਪ੍ਰਭੂ ਦਾ ਨਾਮ ਜਪਣਾ ਚਾਹੀਦਾ। ਨਾਨਕ ਅੱਗੇ ਊਤਮ ਸੇਜ ਪਾਪਾਂ ਪੰਦ ਨਾ ਦੇਹੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਅਗਲੇ ਜਹਾਨ ਵਾਹਿਗੁਰੂ ਦੇ ਦਰ 'ਤੇ ਉੱਤਮ ਸੇਈ ਗਿਣੇ ਜਾਣਗੇ। ਸੇਈ ਬਹੁ ਵਚਨ ਹੈ, ਉਹਨਾਂ ਨੂੰ ਹੀ ਉੱਤਮ ਉੱਚੇ ਗਿਣਿਆ ਜਾਏਗਾ ਜੇ ਪਾਪਾਂ ਪੰਦ ਨਾ ਦੇਹੀ, ਜਿਹੜੇ ਹੋਰ ਦੂਜਿਆਂ ਨੂੰ ਵੀ ਪਾਪ ਕਰਮਾਂ ਦੀ ਪੰਦ ਸਿੱਖਿਆ ਨਹੀਂ ਦਿੰਦੇ, ਆਪ ਨਹੀਂ ਕਰਦੇ ਅਤੇ ਹੋਰਨਾਂ ਨੂੰ ਪਾਪਾਂ ਦੀ ਸਿੱਖਿਆ ਨਹੀਂ ਦਿੰਦੇ, ਉਹ ਉੱਤਮ ਗਿਣੇ ਜਾਣਗੇ। ਕਿਉਂਕਿ ਸਾਰਿਆਂ ਦੇ ਤਾਈਂ ਚੰਗੀ ਸਿੱਖਿਆ ਪ੍ਰੇਰਨਾ ਦੇਣੀ ਇੱਕ ਧਰਮ ਹੈ। ਹਮੇਸ਼ਾ ਹੀ ਜਿਹੜਾ ਵੀ ਮਿਲੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਭਾਵ ਭਗਤੀ ਦਾ ਉਪਦੇਸ਼, ਪ੍ਰੇਰਨਾ ਦੇਣੀ, ਚੰਗੀ ਸਲਾਹ ਦੇਣੀ, ਉਪਦੇਸ਼ ਦੇਣਾ, ਇਹ ਚੰਗਾ ਕਰਮ ਹੈ। ਕਈ ਲੋਕ ਈਰਖਾ ਵਸ ਕਿਸੇ ਦੇ ਧੀ ਪੁੱਤਰ ਨੂੰ ਮਾੜਿਆਂ ਕਰਮਾਂ 'ਚ ਵੀ ਲਾ ਦਿੰਦੇ ਨੇ, ਮਾੜੀ ਸਿੱਖਿਆ ਦੇ ਕੇ। ਇਸੇ ਕਰਕੇ ਕਹਿੰਦੇ ਨੇ ਨਾ ਵੀ ਟੁੱਕ ਦੇਣ ਵਾਲਾ ਮੰਦਾ, ਪਰ ਚੰਗੀ ਸਿੱਖਿਆ ਦੇਣ ਵਾਲਾ ਚੰਗਾ। ਜਿਹੜੇ ਪਾਪਾਂ ਦੀ ਪੰਦ ਸਿੱਖਿਆ ਨਹੀਂ ਦਿੰਦੇ, ਉੱਤਮ ਉਹੀ ਗਿਣੇ ਜਾਣਗੇ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਬਚਨ ਕਰਦੇ ਨੇ, ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ। ਮਹਾਰਾਜ ਕਹਿੰਦੇ ਕੀ ਹੰਸ ਤੇ ਕੀ ਬਗਲਾ, ਜਿਸ ਦੇ ਉੱਪਰ ਪਰਮਾਤਮਾ ਨਦਰ ਕਰੇ ਉਹੀ ਪ੍ਰਵਾਨ ਚੜ੍ਹੇਗਾ। ਜਾਂ ਕਿ ਭਗਤ ਮੇਰਾ ਪ੍ਰਭ ਮਨ ਹੈ। ਕਿਆ ਕਿਸੇ ਦਾ ਬਗਲਾ ਪੁਣਾ, ਅਤੇ ਕੀ ਹੈ ਕਿਸੇ ਦੀ ਹੰਸ ਬਿਰਤੀ। ਭਾਵ ਕਿ ਭਾਵੇਂ ਕੋਈ ਬਗਲਾ ਵੀ ਹੋਵੇ, ਜਿਸ ਦੇ ਉੱਪਰ ਨਦਰ ਕਰਦੇ ਉਹ ਹੰਸ ਵੀ ਬਣ ਜਾਏਗਾ। ਜੋ ਤਿਸ ਭਾਵ ਹੈ ਨਾਨਕਾ ਕਾਗੋਂ ਹੰਸ ਕਰੇ। ਜੋ ਜਿਹੜਾ ਵਿਅਕਤੀ ਤਿਸ ਪਰਮਾਤਮਾ ਨੂੰ ਭਾ ਜਾਂਦਾ ਹੈ, ਉਹਨੂੰ ਵਾਹਿਗੁਰੂ ਕਾਗ ਬਿਰਤੀ ਵਾਲੇ ਨੂੰ, ਕਾਗ ਦਾ ਸੁਭਾਅ ਕਊਂ ਕਊਂ ਕਰਦੇ ਰਹਿਣਾ, ਅਤੇ ਜਾਂ ਵਿਸ਼ਟਾ ਗੰਦਗੀ ਖਾਣੀ, ਇਸ ਤਰ੍ਹਾਂ ਵਿਕਾਰਾਂ ਰੂਪੀ ਗੰਦ ਖਾਣ ਵਾਲਾ, ਅਤੇ ਇਸੇ ਪ੍ਰਕਾਰ ਕੁਰਲਾਉਣ ਵਾਲਾ, ਨਿੰਦਿਆ ਚੁਗਲੀ ਆਦਿ ਕਰਨ ਵਾਲਾ, ਬਹੁਤਾ ਬੋਲਣ ਵਾਲਾ ਵਿਅਕਤੀ ਜੇ ਵਾਹਿਗੁਰੂ ਪਰਮਾਤਮਾ ਨੂੰ ਭਾ ਜਾਂਦਾ ਕਿਸੇ ਗੱਲੋਂ, ਅਤੇ ਵਾਹਿਗੁਰੂ ਕਾਗ ਵਰਗੇ, ਕਾਂ ਵਰਗੇ ਮਨੁੱਖ ਨੂੰ ਵੀ ਹੰਸ ਬਣਾ ਦਿੰਦੇ, ਸੰਤ ਬਣਾ ਦਿੰਦੇ ਹਨ। ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ, ਕੀਤਾ ਲੋੜੀ ਹੈ ਕੰਮ ਸੋ ਹਰ ਪਹਿ ਆਖੀ। ਅਰਦਾਸ ਕਰਨ ਦੀ ਜਾਚ ਸਤਿਗੁਰੂ ਦੱਸ ਰਹੇ ਨੇ ਵੀ ਜਿਹੜਾ ਕੰਮ ਅਸੀਂ ਕਰਨਾ ਚਾਹੀਏ, ਕੀਤਾ ਲੋੜੀ ਹੈ ਕੰਮ, ਜੋ ਚਾਹੁੰਦੇ ਹੋਈਏ ਵੀ ਆਹ ਕੰਮ ਹੋ ਜਾਏ, ਸੋ ਹਰ ਪਹਿ ਆਖੀ ਹੈ। ਜੇ ਨਹੀਂ ਸਾਡੀ ਵੱਸ ਚੱਲਦਾ, ਸਾਥੋਂ ਨਹੀਂ ਹੋ ਰਿਹਾ, ਸਾਡੀ ਪਾਇਆ ਨਹੀਂ, ਤਾਂ ਹਰੀ ਵਾਹਿਗੁਰੂ ਦੇ ਪਾਸ ਆਖਦੀ ਹੈ, ਬੇਨਤੀ ਕਰ ਦੇਣੀ ਚਾਹੀਦੀ ਹੈ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੱਚੀ ਸਿੱਖਿਆ, ਸੱਚ ਵਾਲੀ ਸਾਖੀ ਸਿੱਖਿਆ, ਸੱਚ ਸਰੂਪ ਪਰਮੇਸ਼ਰ ਦੇ ਨਾਮ ਜਪਣ ਦੀ ਸਾਖੀ ਹੈ। ਇਸ ਸਿੱਖਿਆ ਦੁਆਰਾ ਕਾਰਜ ਦੇ ਸਵਾਰ, ਵਾਹਿਗੁਰੂ ਪਰਮਾਤਮਾ ਕਾਰਜ ਸਵਾਰ ਦਿੰਦਾ ਹੈ, ਜਾਂ ਸਤਿਗੁਰੂ ਸਵਾਰ ਦਿੰਦੇ, ਇੱਕੋ ਗੱਲ ਹੈ। ਸਤਿਗੁਰੂ ਜੀ ਅਤੇ ਪਰਮਾਤਮਾ ਦੋਵੇਂ ਅਭੇਦ ਰੂਪ ਹਨ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਚੱਲੀਏ ਪਰਮਾਰਥ ਦੇ ਰਾਹ 'ਤੇ, ਕੰਮ ਵੀ ਹੋਈ ਜਾਣਗੇ, ਦੁਨਿਆਵੀ ਕਾਰਜ ਵੀ ਸਿਰੇ ਚੜ੍ਹਨਗੇ। ਸੰਤਾਂ ਸੰਗ ਨਿਧਾਨ, ਆਪਣੇ ਜਿਹੜੇ ਕਰਮ ਹਨ ਉਹ ਇਹ ਕਰੋ, ਅਤੇ ਰੱਬ ਦੇ ਸੰਤ ਜਨਾਂ ਦੀ ਸੰਗਤ ਵਿੱਚ ਜਾਓ। ਉਹਨਾਂ ਦੀ ਸੰਗਤ ਵਿੱਚੋਂ ਇੱਕ ਨਿਧਾਨ ਖਜ਼ਾਨਾ ਪ੍ਰਾਪਤ ਹੁੰਦਾ, ਵਾਹਿਗੁਰੂ ਜੀ ਦੇ ਨਾਮ ਦਾ, ਪ੍ਰੇਮ ਦਾ, ਅਤੇ ਉਸ ਦੁਆਰਾ ਫਿਰ ਅੰਮ੍ਰਿਤ ਚਾਖੀ ਹੈ। ਉਹਨਾਂ ਦੀ ਪ੍ਰੇਰਨਾ ਨਾਲ ਜਿਹੜਾ ਵਾਹਿਗੁਰੂ ਦਾ ਨਾਮ ਅੰਮ੍ਰਿਤ ਸਰੀਖਾ ਹੈ, ਆਤਮਿਕ ਮੌਤ ਤੋਂ ਬਿਨਾਂ ਕਰਨ ਵਾਲਾ, ਆਤਮਿਕ ਜੀਵਨ ਦੇਣ ਵਾਲਾ, ਉਹ ਚੱਖ ਲਈਦਾ ਹੈ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ। ਉਹ ਡਰਾਂ ਨੂੰ ਭੰਨਣ ਵਾਲਾ ਅਤੇ ਮਿਹਰ ਕਰਨ ਦੀ ਜਿਸ ਨੂੰ ਵਾਣ ਆਦਤ ਪਈ ਹੋਈ ਹੈ, ਜਿਹੜਾ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ,
ਐਸਾ ਜੋ ਮਿਹਰਬਾਨ ਪ੍ਰਮਾਤਮਾ ਹੈ, ਦਾਸ ਕੀ ਰਾਖੀ ਹੈ। ਹਮੇਸ਼ਾ ਹੀ ਮੁੱਢ ਤੋਂ ਆਪਣੇ ਦਾਸ ਦੀ ਰਾਖੀ ਕਰਦਾ ਆਇਆ, ਦਾਸ ਦੀ ਪੈਜ ਰੱਖਦਾ ਆਇਆ ਵਾਹਿਗੁਰੂ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀ ਹੈ। ਸਤਿਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਕਿ ਭਾਈ ਹਰੀ ਪਰਮਾਤਮਾ ਅਕਾਲ ਪੁਰਖ ਦੇ ਗੁਣ ਗਾ ਕੇ ਅਲਖ ਜੋ ਲਖਿਆ ਨਹੀਂ ਜਾਂਦਾ, ਸ਼ਕਤੀ ਬਿਰਤੀ ਕਿਸੇ ਢੰਗ ਤਰੀਕੇ ਦਾ ਨਾਲ ਵਾਹਿਗੁਰੂ ਲਖਿਆ ਨਹੀਂ ਜਾਂਦਾ। ਪ੍ਰਭ ਲਾਖੀ, ਐਸੇ ਪ੍ਰਭੂ ਪਰਮਾਤਮਾ ਨੂੰ ਲਖ ਲਈਦਾ, ਜਾਣ ਲਈਦਾ। ਘਟ ਘਟ ਮੈਂ ਹਰ ਜੂ ਬਸਾ, ਵਾਹਿਗੁਰੂ ਦਾ ਗਿਆਨ ਹੋ ਜਾਂਦਾ ਬੇਅੰਤਤਾ ਦਾ, ਵੀ ਪਰਮਾਤਮਾ ਬੇਅੰਤ ਹੈ। ਹੁਣ ਆਮ ਹਾਲਾਤਾਂ ਵਿੱਚ ਤੇ ਅਸੀਂ ਨਹੀਂ ਵਾਹਿਗੁਰੂ ਨੂੰ ਜਾਣਦੇ, ਪਰ ਫਿਰ ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅੰਤ ਨਹੀਂ ਪਾਇਆ ਜਾਂਦਾ ਵੀ ਉਹਨੂੰ ਲੱਖ ਲਿਆ ਕਿੱਡਾ ਵੱਡਾ, ਇਹ ਨਹੀਂ, ਪਰ ਅਨੁਭਵੀ ਸਰੂਪ ਉਸਦਾ ਅਨੁਭਵ ਹੋ ਕੇ ਸਰੂਪ ਨੂੰ ਜਾਣ ਲਈਦਾ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਜੀਉ ਪਿੰਡ ਸਭ ਤਿਸ ਕਾ, ਸਭ ਸੈ ਦੇ ਆਧਾਰ। ਇਹ ਸਾਡਾ ਜੀਵ ਆਤਮਾ, ਜਿੰਦ ਤੇ ਪਿੰਡ ਸਰੀਰ ਸਭ ਕੁਛ ਤਿਸ ਪਰਮਾਤਮਾ ਦਾ ਹੈ। ਸਭ ਸੈ ਦੇ ਆਧਾਰ, ਸਭਨਾ ਜੀਆਂ ਦੇ ਤਾਈਂ ਉਹ ਆਧਾਰ ਆਸਰਾ ਦੇਣ ਵਾਲਾ। ਜਿਵੇਂ ਸਾਡੇ ਸਰੀਰ ਦਾ, ਸਾਡੇ ਜੀਵਨ ਦਾ ਸਹਾਰਾ ਸਵਾਸ ਹਨ, ਸਵਾਸ ਚੱਲਦੇ ਨੇ ਤੇ ਅਸੀਂ ਜਿਉਂਦੇ ਹਾਂ, ਪਰ ਸਵਾਸਾਂ ਦਾ ਵੀ ਆਸਰਾ ਵਾਹਿਗੁਰੂ, ਉਹਦੇ ਹੁਕਮ ਵਿੱਚ ਸਵਾਸ ਚੱਲ ਰਹੇ ਨੇ। ਨਾਨਕ ਗੁਰਮੁਖ ਸੇਵੀ ਹੈ, ਸਦਾ ਸਦਾ ਦਾਤਾਰ। ਇਸ ਕਰਕੇ ਹਜ਼ੂਰ ਕਹਿੰਦੇ ਜਿਹਦਾ ਸਭ ਕੁਛ ਹੀ ਹੈ, ਜਿਹੜਾ ਸਾਰਿਆਂ ਨੂੰ ਆਸਰਾ ਦੇਣ ਵਾਲਾ, ਗੁਰਾਂ ਦੇ ਸਨਮੁਖ ਹੋ ਕੇ ਗੁਰਾਂ ਦੇ ਉਪਦੇਸ਼ ਰਾਹੀਂ ਸੇਵੀ ਹੈ, ਉਸੇ ਦੀ ਸੇਵਾ ਭਾਵ ਭਗਤੀ ਕਰਨੀ ਚਾਹੀਦੀ ਹੈ, ਸਿਮਰਨਾ ਚਾਹੀਦਾ ਵਾਹਿਗੁਰੂ ਨੂੰ। ਸਦਾ ਸਦਾ ਦਾਤਾਰ, ਜੋ ਹਮੇਸ਼ਾ ਹਮੇਸ਼ਾ ਵਾਸਤੇ ਦਾਤਾਰ ਹੈ, ਦਾਤਾਂ ਦੇਣ ਵਾਲਾ। ਜਦੋਂ ਤੋਂ ਸੰਸਾਰ ਚੱਲਿਆ ਉਦੋਂ ਤੋਂ ਲੈ ਕੇ ਦਾਤਾਂ ਦਿੰਦਾ ਆ ਰਿਹਾ ਤੇ ਦਿੰਦਾ ਹੀ ਰਹੇਗਾ। ਹਉ ਬਲਿਹਾਰੀ ਤਿਨ ਕਉ, ਜਿਨ ਧਿਆਇਆ ਹਰਿ ਨਿਰੰਕਾਰ। ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਹਰੀ ਨਿਰੰਕਾਰ ਨੂੰ ਸਿਮਰਿਆ ਹੈ, ਧਿਆਇਆ, ਅਰਾਧਿਆ ਹੈ, ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜਾਂਦੇ ਹਾਂ। ਉਹਨਾਂ ਕੇ ਮੁਖ ਸਦ ਉਜਲੇ, ਕਿਉਂਕਿ ਉਹਨਾਂ ਦੇ ਮੂੰਹ, ਉਹਨਾਂ ਦੇ ਚਿਹਰੇ ਸਦਾ ਵਾਸਤੇ ਉਜਲੇ, ਸੁਰਖਰੂ, ਚਮਕਦਾ ਦਮਕਦੇ ਸਹਿਤ, ਉਜਲ ਪਵਿੱਤਰ ਹਨ, ਸਤਿਕਾਰੇ ਜਾਂਦੇ ਨੇ। ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਸਾਰਾ ਜਗਤ ਵੀ ਉਹਨਾਂ ਦੇ ਤਾਈਂ ਨਮਸਕਾਰ ਕਰਦਾ ਹੈ ਵੀ ਇਹ ਚੰਗੇ ਬੰਦੇ ਨੇ, ਰੱਬ ਦੇ ਭਗਤ ਨੇ, ਪਰਉਪਕਾਰੀ ਹਨ, ਸਭ ਦਾ ਭਲਾ ਕਰਨ ਵਾਲੇ ਨੇ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਅਗਲਾ ਸ਼ਲੋਕ ਉਚਾਰਦੇ ਹਨ। ਸਤਿਗੁਰ ਮਿਲਿਆ ਉਲਟੀ ਭਈ, ਨਵਨਿਧ ਖਰਚਿਓ ਖਾਓ। ਸਤਿਗੁਰੂ ਮਹਾਰਾਜ ਜੀ ਦੇ ਮਿਲਾਪ ਦੁਆਰਾ ਮਾਨਸਿਕ ਤੌਰ 'ਤੇ ਸਤਿਗੁਰੂ ਨੂੰ ਮਨੂਆਂ ਜੇ ਭੇਟਾ ਕਰ ਦਈਏ ਤੇ ਫਿਰ ਸਤਿਗੁਰੂ ਦਾ ਮਿਲਾਪ ਹੁੰਦਾ। ਸਤਿਗੁਰੂ ਪੂਰੇ ਦੇ ਮਿਲਣ ਕਰਕੇ ਜਿਹੜੀ ਸਾਡੀ ਬੁੱਧੀ ਸੀ ਉਹ ਉਲਟੀ ਹੋਈ, ਸੰਸਾਰ ਵੱਲੋਂ ਉਲਟੀ ਹੋ ਗਈ। ਨਵਨਿਧ ਖਰਚਿਓ ਖਾਓ। ਤੇ ਹੁਣ 9 ਨਿਧਾਂ ਕਬੀਰ ਦੇ 9 ਖਜ਼ਾਨੇ ਦੱਸੇ ਨੇ, ਕਲਪ, ਮਹਾਕਲਪ, ਮਕਰ ਆਦਿਕ। ਸਾਰੀ ਵਿਭੂਤੀ ਇਹਦੇ 'ਚ ਆ ਜਾਂਦੀ ਹੈ, ਸਾਰੀਆਂ ਚੀਜ਼ਾਂ। ਤੇ 9 ਨਿਧੀਆਂ ਮਨ ਨੂੰ ਪ੍ਰਾਪਤ ਹੋ ਜਾਂਦੀਆਂ। ਫਿਰ ਜਿੰਨਾ ਮਰਜ਼ੀ ਖਰਚੋ ਤੇ ਖਾਓ। ਖਰਚਣ ਖਾਣ ਵਾਸਤੇ ਆਪ ਖਾਣਾ, ਖਰਚਣਾ ਭਾਵ ਹੋਰਾਂ ਨੂੰ ਵੀ ਖਵਾਉਣਾ, ਵਰਤਣਾ ਅੱਗੇ। ਇਹ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਸਤਿਗੁਰੂ ਦੇ ਮਿਲਾਪ ਦੁਆਰਾ 9 ਨਿਧੀਆਂ ਪ੍ਰਾਪਤ ਹੋ ਗਈਆਂ। 18 ਸਿੱਧੀ ਪਿੱਛਾ ਲੱਗੀਆਂ ਫਿਰਨ। 18 ਸਿੱਧੀਆਂ ਮਾਨਸਿਕ ਸ਼ਕਤੀਆਂ। ਨਿੱਕੇ ਜੇ ਬਣ ਜਾਣਾ, ਵੱਡੇ ਸਾਰੇ ਬਣ ਜਾਣਾ, ਹੌਲੇ ਜੇ ਬਣ ਜਾਣਾ, ਭਾਰੇ ਬਣ ਜਾਣਾ, ਦੂਰ ਦੀ ਗੱਲਬਾਤ ਇੱਥੇ ਸੁਣ ਲੈਣੀ, ਜਿਵੇਂ ਰੇਡੀਓ ਸੁਣੀਦਾ। ਦੂਰ ਦੇ ਦ੍ਰਿਸ਼ ਕੌਤਕ ਇੱਥੇ ਬੈਠਿਆਂ ਵੇਖ ਲੈਣੇ, ਜਿਵੇਂ TV 'ਤੇ ਦ੍ਰਿਸ਼ ਦਿਸਦੇ ਨੇ। ਔਰ ਪਰ ਕਾਇਆ ਪ੍ਰਵੇਸ਼, ਕਿਸੇ ਦੀ ਕਾਇਆ ਵਿੱਚ ਜਾ ਵੜਨਾ, ਕਿਸੇ ਦੇ ਮਨ ਨੂੰ ਵਸ ਕਰ ਲੈਣਾ, ਮਰਜ਼ੀ ਅਨੁਸਾਰ ਤੋਰਨਾ ਆਦਿਕ। 8 ਮੁੱਖ ਸਿੱਧੀਆਂ ਤੇ 10 ਗੌਣ ਸਿੱਧੀਆਂ ਹਨ। 18 ਸਿੱਧੀਆਂ ਇਹ ਪਿੱਛੇ ਲੱਗੀਆਂ ਫਿਰਦੀਆਂ। 18 ਸਿੱਧੀ ਪਿੱਛੇ ਲੱਗੀਆਂ ਫਿਰਨ। ਨਿਜ ਘਰ ਵਸੈ ਨਿਜ ਥਾਂ। ਉਹ ਆਪਣੇ ਨਿਜ ਥਾਂ, ਆਪਣੇ ਨਿਜ ਘਰ ਵਿੱਚ ਟਿਕ ਕੇ ਬਹਿ ਜਾਂਦਾ ਗੁਰਮੁਖ ਪਿਆਰਾ। ਕਿਉਂਕਿ ਰਿੱਧ ਸਿੱਧ ਜਾਂ ਕੋ ਫਰੀ ਤਬ ਕਾਹੂ ਸਿਉ ਕਿਆ ਕਾਜ। ਉਹਦਾ ਕਿਸੇ ਨਾਲ ਕੀ ਕੰਮ ਰਹਿ ਗਿਆ। ਸਾਰੀਆਂ ਸ਼ਕਤੀਆਂ ਜਿਹਦੇ ਅਧੀਨ ਕਰਤੀਆਂ ਪ੍ਰਮਾਤਮਾ ਨੇ। ਬ੍ਰਹਮ ਬਿੰਦਾ ਹੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ।
ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਪਰ ਉਸ ਅਵਸਥਾ ਜਾ ਕੇ ਫਿਰ ਇਹਨਾਂ ਨਾਲ ਵੀ ਕੰਮ ਨਹੀਂ ਰਹਿ ਜਾਂਦਾ। ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿੱਤ ਨਾ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ ਵਿਣ ਨਾਵੈ ਅਵਰ ਨਾ ਪਾਇਆ ਰਾਮ। ਤਾਂ ਹੀ ਉਹ ਰੱਬ ਦੇ ਪਿਆਰੇ ਐਡੇ ਬੇਪਰਵਾਹ ਹੁੰਦੇ ਨੇ। ਔਰ ਉਸ ਅਵਸਥਾ ਜਾ ਕੇ ਇਹਨਾਂ ਚੀਜ਼ਾਂ ਦੀ ਵੀ ਇੱਛਾ ਨਹੀਂ ਰਹਿੰਦੀ। ਰਿੱਧੀਆਂ ਸਿੱਧੀਆਂ ਨਿਧੀਆਂ ਦੀ ਰਿੱਧੀ ਅੰਨ ਦੀ ਤੋੜਤਾ ਨੂੰ ਕਹਿੰਦੇ ਨੇ। ਅਤੇ ਨਵਨਿਧੀ ਕੁਬੇਰ ਦੇ 9 ਖਜ਼ਾਨੇ 18 ਪ੍ਰਕਾਰ ਦੀ ਮਾਨਸਿਕ ਸ਼ਕਤੀ ਨੂੰ ਸਿੱਧੀਆਂ ਕਹਿੰਦੇ ਹਨ। ਉਹ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਜਿਹਦੇ ਬਾਰੇ ਕਿਹਾ। ਆਪਣੇ ਹਿਰਦੇ ਰੂਪੀ ਘਰ ਵਿੱਚ ਬੈਠ ਜਾਂਦੇ ਹਨ। ਨਿੱਜ ਥਾਂ ਜਿਹੜਾ ਆਪਣਾ ਸਰੂਪ ਹੈ ਆਤਮਾ ਦਾ ਗਿਆਨ ਉਹਦੇ ਵਿੱਚ ਬੈਠੇ ਰਹਿੰਦੇ। ਅਨਹਦ ਧੁਨੀ ਸਦ ਵੱਜਦੇ ਹੱਦ ਤੋਂ ਰਹਿਤ। ਜਿਹੜੇ ਧੁਨੀ ਸਦ ਵੱਜਦੇ ਇੱਕ ਰਸ ਜਿਹੜੀ ਧੁਨ ਹੈ ਸ਼ਬਦ ਦੀ ਬ੍ਰਹਮੰਡੀ ਧੁਨ ਸ਼ਬਦ ਦੀ ਇਹ ਵਾਜੇ ਉਹਨਾਂ ਦੇ ਅੰਦਰ ਵੱਜਦੇ ਨੇ ਹਮੇਸ਼ਾ। ਉਨਮਨ ਹਰ ਲੈਵਲ ਆਏ। ਇੱਕ ਇਨਮਨ ਅਵਸਥਾ ਹੈ ਸੰਸਾਰੀ ਲੋਕਾਂ ਦੀ। ਉਨਮਨੀ ਉੱਪਰਲੇ ਦਰਜੇ ਦੀ ਮਨ ਦੀ ਅਵਸਥਾ। ਉਨਮਨ ਹਰ ਲੈਵਲ ਆਏ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਉਹਨਾਂ ਦੀ ਰਚਨਾ ਕਵਿਤ ਸਵਈਆਂ ਵਿੱਚ। ਭਾਈ ਸਾਹਿਬ ਕਹਿੰਦੇ ਨੇ ਦਸਮ ਸਥਾਨ ਕੇ ਸਮਾਨ ਕੌਣ ਭਉਨ ਕਹੋ ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵੇ। ਜਿਹੜਾ ਦਸਮ ਦੁਆਰ ਦਾ ਸਥਾਨ ਹੈ ਉਹਦੇ ਬਾਰੇ ਕੀ ਕਹੀਏ। ਹੋਰ ਉਹਦੇ ਬਾਰੇ ਦਾ ਕੋਈ ਸਥਾਨ ਹੈ ਹੀ ਨਹੀਂ। ਕਿਹੜਾ ਭਵਨ ਕਹੀਏ। ਗੁਰਮੁਖ ਹੋ ਕੇ ਪ੍ਰਾਪਤ ਕਰਦਾ ਕੋਈ ਹੋਰ ਕੋਈ ਇਸ ਤਰ੍ਹਾਂ ਨਹੀਂ ਪ੍ਰਾਪਤ ਕਰਦਾ। ਅਸਲ ਆਨੰਦ ਜਿਹੜਾ ਦਸਮ ਦੁਆਰ ਵਿੱਚ ਜਿਹਦੇ ਬਾਰੇ ਹਜ਼ੂਰ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਮੈ ਆਕਾਸ। ਤਿੱਥੈ ਊਂਘ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਚੀਜ਼ਾਂ ਹਨ। ਗੁਰੂ ਮਹਾਰਾਜ ਕਹਿੰਦੇ ਨੇ ਹੈਗਾ ਸਾਰਾ ਕੁਛ। ਭਾਈ ਸਾਹਿਬ ਕਹਿ ਰਹੇ ਨੇ ਦਸਮ ਸਥਾਨ ਕੇ ਸਮਾਨ ਕੌਣ ਭਉਨ ਕਹੋ ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵਈ। ਔਰ ਉਨਮਨੀ ਜੋਤ ਪਟੰਤਰ ਦੀਜੈ ਕੌਣ ਜੋਤ। ਸ਼੍ਰੀ ਗੁਰੂ ਦਿਖਾਵੈ ਜਾਹੇ ਸੋਈ ਲਿਵ ਲਾਵਈ। ਉਨਮਨੀ ਜੋਤ ਉਹਦੇ ਬਰਾਬਰ ਕਿਹੜਾ ਹੋਰ ਚਾਨਣ ਕਹੀਏ। ਔਰ ਇਸੇ ਤਰ੍ਹਾਂ ਉਹ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਅਨਹਦ ਨਾਦ ਹੈ ਅਨਹਦ ਨਾਦ ਸੰਸਰ ਨਾਦ ਬਾਦ ਕੌਣ। ਸ਼੍ਰੀ ਗੁਰੂ ਸੁਨਾਵੈ ਜਾਹੇ ਤਾਹੇ ਲਿਵ ਲਾਵਈ। ਦਇਆ ਕੇ ਦਿਖਾਵੇ ਸ਼੍ਰੀ ਗੁਰੂ ਸੁਨਾਵੈ ਜਾਹੇ ਤਾਂ ਸੋਈ ਲਿਵ ਲਾਵੇ। ਜਿਹਨੂੰ ਸਤਿਗੁਰੂ ਮਹਾਰਾਜ ਸੁਣਾਉਂਦੇ ਨੇ ਅਨਹਦ ਨਾਦ ਉਹਨੂੰ ਹੀ ਪ੍ਰਾਪਤ ਹੁੰਦਾ। ਉਸ ਨਾਦ ਦੇ ਬਰਾਬਰ ਹੋਰ ਕੋਈ ਵਾਜਾ ਗਾਜਾ ਕੋਈ ਸ਼ਾਦੀਆਨਾ ਨਹੀਂ ਹੈ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਨਿੱਜਰ ਅਪਾਰ ਧਾਰ। ਇੱਕ ਰਸ ਜਿਹੜੀ ਧਾਰਾ ਵਗਦੀ ਅੰਮ੍ਰਿਤ ਰਸ ਦੀ। ਨਿੱਜਰ ਅਪਾਰ ਧਾਰ ਤੁਲ ਨਾ ਅੰਮ੍ਰਿਤ ਰਸ ਆਪਿਓ ਪੀਆਵੈ ਜਾਹੇ ਸੋਈ ਲਿਵ ਲਾਵੇ। ਇਹ ਜਿਹੜਾ ਅੰਮ੍ਰਿਤ ਜਿਸ ਨੂੰ ਪਿਆਲਦਾ ਵਾਹਿਗੁਰੂ ਉਹਨੂੰ ਪਤਾ। ਇਹ ਅੰਦਰ ਹੀ ਸਾਰੀਆਂ ਖੇਡਾਂ ਵਰਤਦੀਆਂ ਹਨ। ਅਨਹਦ ਧੁਨੀ ਸਦ ਵੱਜਦੇ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡ ਭਾਗੀ ਅਨਹਦ ਵੱਜਿਆ। ਆਨੰਦ ਰੂਪ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਵਿੰਦ ਗੱਜਿਆ। ਉਨਮਨ ਹਰ ਲਿਵ ਲਾਏ। ਉਨਮਨੀ ਅਵਸਥਾ ਵਿੱਚ ਉੱਚੀ ਅਵਸਥਾ ਜਿਹੜੀ ਤਿੰਨਾਂ ਗੁਣਾਂ ਤੋਂ ਉੱਪਰ ਉੱਥੇ ਜਾ ਕੇ ਹਰੀ ਵਿੱਚ ਹੀ ਲਿਵ ਲਾ ਕੇ ਰਹਿੰਦੇ ਹਨ ਉਹ ਗੁਰਮੁਖ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ। ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾ ਰਹੇ ਨੇ ਕਿ ਹਰੀ ਦੀ ਭਗਤੀ ਹੀ ਕੇਵਲ ਉਹਨਾਂ ਦੇ ਮਨ ਵਿੱਚ ਵਸੀ ਹੋਈ ਹੈ। ਜਿਨ ਮਸਤਕ ਲਿਖਿਆ ਧੁਰ ਪਾਏ। ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕਰਮਾਂ ਕਰਕੇ ਧੁਰੋਂ ਹੀ ਪ੍ਰਮਾਤਮਾ ਨੇ ਮਸਤਕ 'ਤੇ ਲੇਖ ਲਿਖ ਕੇ ਪਾ ਦਿੱਤਾ ਹੋਇਆ। ਇਹ ਹਰੀ ਦੀ ਭਗਤੀ ਉਹਨਾਂ ਦੇ ਮਨ ਵਿੱਚ ਵਸਦੀ। ਜਿਵੇਂ ਸੰਤ ਅਤਰ ਸਿੰਘ ਸਾਹਿਬ ਮਸਤੂਆਣੇ ਵਾਲੇ ਉਹਨਾਂ ਆਪ ਦੱਸਿਆ ਸੀ ਕਿ ਬਚਪਨ ਵਿੱਚ ਹੀ ਛੋਟੀ ਜਿਹੀ ਅਵਸਥਾ ਵਿੱਚ ਹੀ ਸਾਡੀ ਇਹ ਅਵਸਥਾ ਸੀ ਅੰਦਰ ਦੀ। ਮਨ ਇੰਝ ਜੁੜਿਆ ਹੋਇਆ ਸੀ ਵਾਹਿਗੁਰੂ ਦੇ ਨਾਮ ਨਾਲ ਵੀ ਜਿੱਥੇ ਬੈਠੇ ਹਾਂ ਇੱਥੇ ਸਮਾਧੀ ਲੱਗੀ ਰਹੇ ਸਾਨੂੰ ਕੋਈ ਹਿਲਾਏ ਨਾ। ਇੰਨਾ ਮਨ ਇਕਾਗਰ ਹੋ ਕੇ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ। ਜਿਵੇਂ ਬਾਬਾ ਠਾਕੁਰ ਸਿੰਘ ਜੀ ਬਾਰੇ ਉਹਨਾਂ ਦੇ ਤਾਇਆ ਜੀ ਦੇ ਪੁੱਤਰ ਭਰਾ ਸਨ ਬਜ਼ੁਰਗ। ਉਹਨਾਂ ਨੇ ਮੈਨੂੰ ਬਚਨ ਦੱਸਿਆ ਸੀ। ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਕਾਰ ਸੇਵਾ ਵਾਲਿਆਂ ਕੋਲ ਰਹਿ ਕੇ ਸੇਵਾ ਕਮਾ ਰਹੇ ਸੀ ਪਿਛਲੀ ਉਮਰ 'ਚ। ਉਹਨਾਂ ਮੈਨੂੰ ਬਚਨ ਦੱਸਿਆ ਸੀ ਕਿ ਉਦੋਂ ਸਾਨੂੰ ਕੁਛ ਨਹੀਂ ਸੀ ਪਤਾ। ਅਸੀਂ ਬਚਪਨ ਵਿੱਚ ਹੁੰਦੇ ਸੀ ਅਤੇ ਸਾਡੇ ਮਾਪੇ ਸਾਨੂੰ ਪਸ਼ੂ ਚਾਰਨ ਭੇਜਦੇ ਸਨ। ਇਹ ਠਾਕੁਰ ਸਿੰਘ ਵੀ ਆਪਣੇ ਪਸ਼ੂ ਛੇੜ ਕੇ ਲੈ ਜਾਂਦਾ ਸੀ ਆਪਣੇ ਪਿਤਾ ਦੀ ਆਗਿਆ ਨਾਲ। ਅਤੇ ਉਹਨਾਂ ਪਸ਼ੂਆਂ ਨੂੰ ਕਦੇ ਇਹਨੇ ਸੋਟਾ ਨਹੀਂ ਸੀ ਮਾਰਿਆ। ਇੰਨੀ ਦਇਆ ਦ੍ਰਿਸ਼ਟੀ ਸੀ। ਪਸ਼ੂ ਬੇਜ਼ਬਾਨਿਆਂ ਨਾਲ ਇੰਝ ਕਰਦੇ ਸਨ ਵਰਤਾਓ
ਵੀ ਪਸ਼ੂਆਂ ਨੂੰ ਕਦੇ ਸੋਟਾ ਨਹੀਂ ਸੀ ਮਾਰਿਆ। ਇੱਕ ਪਰਨਾ ਹੁੰਦਾ ਸੀ ਇਹਨਾਂ ਦੇ ਮੋਢੇ 'ਤੇ, ਸਹਿਜੇ ਨਾਲ ਪਸ਼ੂ ਨੂੰ ਪਰਨੇ ਨਾਲ ਹੀ ਮੋੜਦੇ ਸਨ, ਅਤੇ ਜਿੱਥੇ ਹਰਾ ਹਰਾ ਘਾਹ ਹੁੰਦਾ ਸੀ ਉੱਥੇ ਪਸ਼ੂਆਂ ਨੂੰ ਚਾਰਨ ਛੱਡਦੇ ਸੀ। ਅਸੀਂ ਬੱਚੇ ਸਾਰੇ ਬਾਕੀ ਬਾਂਦਰ ਕਿਲਾ ਵਗੈਰਾ ਖੇਡਦੇ ਸਾਂ, ਪਰ ਇਹ ਠਾਕੁਰ ਸੋਂ ਸਾਨੂੰ ਉਦੋਂ ਨਹੀਂ ਸੀ ਪਤਾ, ਕਿਉਂਕਿ ਅਸੀਂ ਬੱਚੇ ਸੀ। ਕਿਸੇ ਨਾ ਕਿਸੇ ਝਾੜੀ 'ਤੇ ਉਹ ਪਰਨਾ ਪਾ ਕੇ ਉਹਦੇ ਥੱਲੇ ਬੈਠੇ ਰਹਿੰਦੇ ਸੀ, ਕਰਾਸਿਆਂ ਸਮਾਧੀ ਲੱਗੀ ਹੋਈ, ਅਤੇ ਸਾਨੂੰ ਕੀ ਪਤਾ ਸੀ ਵੀ ਉੱਥੇ ਬੈਠਾ ਇਹ ਠਾਕੁਰ ਸਿੰਘ ਕੀ ਕਰਦਾ। ਪਰ ਬਾਅਦ ਵਿੱਚ ਪਤਾ ਲੱਗਾ, ਇਹੀ ਗੱਲ ਵੇਖੀ ਸੀ ਇਹਨਾਂ ਦੇ ਪਿਤਾ ਜੀ ਨੇ। ਅਤੇ ਮਾੜੀ ਮੇਘਾ ਪਿੰਡ ਦੇ ਸੀ ਬਜ਼ੁਰਗ, ਇੱਕ ਭਾਈ ਕੇਸਰ ਸਿੰਘ ਸ਼ਾਇਦ ਨਾਂ ਸੀ ਉਹਨਾਂ ਦਾ, ਗਿਆਨੀ ਭਗਵਾਨ ਸਿੰਘ ਜੀ ਹੋਏ ਨੇ ਉਸ ਪਿੰਡ ਦੇ ਬੜੇ ਵਿਦਵਾਨ, ਉਹਨਾਂ ਦੇ ਪਿਤਾ ਜੀ ਸਨ। ਅਤੇ ਬਾਬਾ ਜੀ ਦੇ ਪਿਤਾ ਬਹਾਦਰ ਸਿੰਘ ਜੀ ਨੇ ਫਿਰ ਕਿਹਾ ਸੀ ਵੀ ਠਾਕੁਰ ਸਿੰਘ ਦਾ ਘਰ ਚਿੱਤ ਨਹੀਂ ਲੱਗਦਾ ਅਤੇ ਕੀ ਕਰੀਏ। ਉਹਨਾਂ ਨੇ ਕਿਹਾ ਕਿ ਐਤਕੀ ਭਿੰਡਰੀ ਸੰਤ ਸੁੰਦਰ ਸੋਹਣਾ ਦੀ ਬਰਸੀ ਹੈ, ਅਤੇ ਬੜੇ ਵੱਡੇ ਮਹਾਂਪੁਰਸ਼ ਨੇ ਸੰਤ ਗੁਰਬਚਨ ਸਿੰਘ ਜੀ, ਉਹਨਾਂ ਕੋਲ ਲੈ ਕੇ ਚੱਲਾਂਗੇ ਇਹਨਾਂ ਨੂੰ। ਅਤੇ ਫਿਰ ਲੈ ਕੇ ਗਏ, ਅਤੇ ਜਦੋਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਜੀ ਇਹਨੂੰ ਠਾਕੁਰ ਸਿੰਘ ਰੱਖ ਲਓ, ਘਰ ਦਾ ਚਿੱਤ ਨਹੀਂ ਲੱਗਦਾ। ਫਿਰ ਸੰਤਾਂ ਨੇ ਮਸਤਕ ਵੱਲ ਵੇਖਿਆ ਅਤੇ ਇੱਕ ਵਾਰੀ ਵੀ ਨਾਂਹ ਨਹੀਂ ਕੀਤੀ, ਰੱਖ ਲਿਆ। ਫਿਰ ਉਹਨਾਂ ਸੰਤਾਂ ਕੋਲੋਂ 2 ਸੰਥਿਆ ਕੀਤੀਆਂ ਔਰ ਲੰਗਰ ਦੀ ਮਹਾਨ ਸੇਵਾ ਕਮਾਈ, ਸੇਵਾ ਸਿਮਰਨ ਦੀ ਮੂਰਤ ਬਣ ਕੇ ਸਾਰਾ ਜੀਵਨ ਬਤੀਤ ਕੀਤਾ। ਇਹ ਪੂਰਬਲੇ ਸੰਸਕਾਰਾਂ ਦਾ ਹੀ ਪ੍ਰਤਾਪ ਹੈ, ਧੁਰੋਂ ਹੀ ਲਿਖਿਆ ਹੋਇਆ ਮਸਤਕ 'ਤੇ। ਅਤੇ ਇਸ ਤਰ੍ਹਾਂ ਹਰੀ ਦੀ ਭਗਤੀ ਉਹਨਾਂ ਦੇ ਮਨ ਵਿੱਚ ਵਸੀ ਹੋਈ ਹੈ। ਉਹ ਕਿਹਾ, ਇੱਕ ਵਾਰੀ ਕਿਹਾ ਸੀ ਮੈਨੂੰ ਉਹਨਾਂ ਨੇ ਕਿ ਦਲਜੀਤ ਸਿੰਘ, ਮੇਰਾ ਸੁਭਾਅ ਹੀ ਇਸ ਤਰ੍ਹਾਂ ਦਾ ਵਾਹਿਗੁਰੂ ਨੇ ਬਣਾਇਆ ਹੋਇਆ, ਮਹਾਰਾਜ ਦੀ ਬਾਣੀ ਤੋਂ ਬਗੈਰ ਹੋਰ ਕੋਈ ਗੱਲ ਚੰਗੀ ਨਹੀਂ ਲੱਗਦੀ। ਇਸ ਤਰ੍ਹਾਂ ਹੀ ਸੀ ਠੀਕ, ਉਹ ਐਵੇਂ ਨਹੀਂ ਸੀ ਕਹਿੰਦੇ। ਠੀਕ ਅਸੀਂ ਉਹਨਾਂ ਦੀ ਅਵਸਥਾ ਵੇਖੀ ਸੀ ਕਿ ਗੁਰੂ ਮਹਾਰਾਜ ਦੀ ਬਾਣੀ ਤੋਂ ਬਗੈਰ ਹੋਰ ਗੱਲ ਉਹਨਾਂ ਨੂੰ ਚੰਗੀ ਲੱਗਦੀ, ਭਾਉਂਦੀ ਨਹੀਂ ਸੀ, ਅਤੇ ਤਾਂ ਹੀ ਆਪਣੇ ਸਮੇਂ ਦਾ ਬਹੁਤਾ ਸਮਾਂ ਉਹ ਮਹਾਰਾਜ ਦੀ ਬਾਣੀ ਨਾਲ ਜੁੜੇ ਰਹਿੰਦੇ ਸੀ। ਪਤਾ ਹੀ ਨਹੀਂ ਸੀ ਲੱਗਦਾ ਵੀ ਕਦੋਂ ਬਰਾਜੇ ਕਦੋਂ ਉੱਠ ਪਏ ਨੇ, ਅਤੇ ਕੇਵਲ ਬਾਣੀ। ਔਰ ਸਿੰਘ ਬਾਣੀ ਸੁਣਾਉਣ ਵਾਲੇ ਥੱਕ ਜਾਂਦੇ ਸਨ, ਪਰ ਉਹ ਬਾਣੀ ਸੁਣਦੇ ਨਹੀਂ ਸੀ ਸਕਦੇ। ਮਨ ਲੱਗਾ ਹੋਏ ਤਾਂ ਤਾਂ ਹੀ ਐਸੀ ਅਵਸਥਾ ਹੁੰਦੀ ਹੈ। ਜਿੱਥੇ ਮਨ ਨਹੀਂ ਲੱਗਦਾ ਉਹ ਕਰਮ ਬਹੁਤਾ ਚਿਰ ਨਹੀਂ ਅਸੀਂ ਕਰ ਸਕਦੇ। ਜਿੱਥੇ ਮਨ ਜੁੜਿਆ ਹੋਇਆ ਉਹੀ ਕਰਮ ਬਹੁਤਾ ਚਿਰ ਹੁੰਦਾ ਹੈ। ਸੋ ਇਸ ਪ੍ਰਕਾਰ ਪੌੜੀ ਧੰਨ ਗੁਰੂ ਰਾਮਦਾਸ ਬਚਨ ਫਰਮਾਉਂਦੇ ਨੇ, ਹਉ ਢਾਡੀ ਹਰ ਪ੍ਰਭ ਖਸਮ ਕਾ। ਢਾਡੀ ਭੱਟ ਗਾਉਣ ਵਾਲਾ, ਜਸ ਗਾਉਣ ਵਾਲਾ। ਮੈਂ ਢਾਡੀ ਹਾਂ ਹਰੀ ਪ੍ਰਭੂ ਖਸਮ ਅਕਾਲ ਪੁਰਖ ਦਾ, ਹਰ ਕੈ ਦਰ ਆਇਆ। ਐਸੇ ਹਰੀ ਵਾਹਿਗੁਰੂ ਦੇ ਦਰ 'ਤੇ ਮੈਂ ਆਇਆ ਜਿਸ ਵੇਲੇ ਬੇਨਤੀ ਕਰਨ ਵਾਸਤੇ। ਹਰ ਅੰਦਰ ਸੁਣੀ ਪੁਕਾਰ। ਜਦੋਂ ਮੈਂ ਦਰਵਾਜ਼ੇ 'ਤੇ ਆ ਬੇਨਤੀ ਕੀਤੀ ਤਾਂ ਹਰੀ ਪ੍ਰਮਾਤਮਾ ਨੇ ਅੰਦਰ ਬੈਠਿਆ ਮੇਰੀ ਪੁਕਾਰ ਨੂੰ, ਬੇਨਤੀ ਨੂੰ ਸੁਣਿਆ। ਢਾਡੀ ਮੁਖ ਲਾਇਆ, ਮੈਨੂੰ ਢਾਡੀ ਭੱਟ ਨੂੰ ਮੁਖ ਲਾ ਲਿਆ, ਮੂੰਹ ਲਾ ਲਿਆ, ਭਾਵ ਦਰਸ਼ਨ ਦੇ ਦਿੱਤਾ। ਹਰ ਪੁੱਛਿਆ ਢਾਡੀ ਸਦਕੈ। ਹਰੀ ਪ੍ਰਮਾਤਮਾ ਨੇ ਅੰਦਰ ਦਰਬਾਰ ਵਿੱਚ ਸੱਦ ਕੇ ਮੈਨੂੰ ਢਾਡੀ ਨੂੰ ਪੁੱਛਿਆ, ਕਿਤ ਅਰਥ ਤੂੰ ਆਇਆ, ਤੇ ਕਿਸ ਪ੍ਰਯੋਜਨ ਲਈ ਹੈ ਢਾਡੀ, ਹੈ ਸੇਵਕ ਤੂੰ ਆਇਆ। ਨਿਤ ਦੇਵੋ ਦਾਨ ਦਇਆਲ ਪ੍ਰਭ ਹਰ ਨਾਮ ਧਿਆਇਆ। ਤਾਂ ਢਾਡੀ ਨੇ ਬੇਨਤੀ ਕੀਤੀ ਕਿ ਹੇ ਵਾਹਿਗੁਰੂ ਜੀ, ਮੈਨੂੰ ਨਿਤ ਨਿਤ ਸਦਾ ਵਾਸਤੇ ਹੇ ਦਿਆਲੂ ਪ੍ਰਭੂ ਜੀ ਇੱਕ ਦਾਨ ਦਿਓ। ਉਹ ਕੀ ਹੈ? ਹਰ ਨਾਮ ਧਿਆਇਆ। ਮੈਂ ਤੇਰਾ ਨਾਮ ਹੀ ਧਿਆਉਂਦਾ ਰਹਾਂ। ਹੇ ਹਰੀ ਜੀ, ਤੇਰੇ ਨਾਮ ਦਾ ਹੀ ਧਿਆਨ ਧਰਾਂ। ਹਰ ਦਾਤਾ ਹਰ ਨਾਮ ਜਪਾਇਆ, ਨਾਨਕ ਪੈ ਨਾਇਆ। ਸਤਿਗੁਰੂ ਰਾਮਦਾਸ ਕਹਿੰਦੇ, ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਕੇ ਉਸ ਹਰੀ ਦਾਤੇ ਨੇ ਮੈਨੂੰ ਆਪਣਾ ਹਰੀ ਨਾਮ ਹੀ ਜਪਾਇਆ ਹੈ ਅਤੇ ਨਾਲ ਮੈਨੂੰ ਪਹਿਨਾਇਆ। ਪਹਿਨਾਇਆ ਮੈਨੇ ਸਨਮਾਨਿਆ, ਸਰੋਪੋ ਦੇ ਕੇ ਨਿਵਾਜਿਆ ਹੈ, ਭਾਵ ਭਗਤੀ ਦਾ ਸਰੋਪੋ ਦਿੱਤਾ। ਆਪਣੇ ਸਿਮਰਨ ਦਾ, ਆਪਣੇ ਨਾਮ ਦਾ ਸਰੋਪੋ ਦੇ ਕੇ ਮੈਨੂੰ ਨਿਵਾਜਿਆ ਹੈ, ਮੈਨੂੰ ਸਨਮਾਨਿਆ ਹੈ ਆਪਣੇ ਦਰ ਤੋਂ, ਅਤੇ ਮੈਂ ਤਾਂ ਉਸ ਦਰ ਦਾ ਢਾਡੀ ਹਾਂ। ਇਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਬਾਰਕ ਬਚਨ ਹਨ। ਅੱਗੇ ਬਚਨ ਹੈ ਸੁਧ। ਇੱਥੇ 21 ਪੌੜੀਆਂ ਵਾਲੀ ਇਹ ਸ਼੍ਰੀ ਰਾਗ ਦੀ ਵਾਰ ਸੰਪੂਰਨ ਹੋਈ ਹੈ। ਸੁਧ ਦਾ ਅਰਥ ਹੈ ਵੀ ਇਹ ਸੋਧ ਦਿੱਤੀ ਗਈ ਹੈ, ਸ਼ੁੱਧ ਕੀਤੀ ਹੋਈ ਹੈ ਵਾਰ। ਇਸ ਦੇ ਵਿੱਚ ਕੋਈ ਉਕਾਈ ਨਹੀਂ ਹੋਣਾ, ਪੂਰਨ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਪਰਮ ਪਵਿੱਤਰ ਬਚਨ ਸਾਨੂੰ ਬਖਸ਼ਿਸ਼ ਕੀਤੇ ਹਨ। ਦਾਸ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰ ਦੇਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।